बेटा ऐशलीन, सकीना, किरण, साधना, बेटा वीडियो ऑन कर लो। बेटा वीडियो ऑन कर लो, पता लगे कि तुसी क्लास अटेंड कर रहे हो। ये तो नहीं है वीडियो ऑन करके सो तो नहीं गए। ओके, सो आई एम गोइंग टू शेयर अ स्क्रीन। अगर कोई, हाँ जी बेटा स्क्रीन सब तो विजिबल है। Yes, sir. ओके, ठीक है। सो टुडे वी आर गोइंग टू स्टार्ट ऑपरेशन ऑन अ डबली लिंक लिस्ट। ठीक है। सो ਕਿਹੜੇ ਕਿਹੜੇ ਹੋਣਗੇ? ट्रांवर्सिंग, इंसर्शन, डिलीशन एज वेल एज अ सर्चिंग। बेसिकली ਆਪਾਂ 1 ਵੇ ਦੇ ਉੱਪਰ ਕਰ ਚੁੱਕੇ ਹਾਂ। ਅੱਜ ਆਪਾਂ 2 ਵੇ ਲਿੰਕ ਲਿਸਟ ਹੈ ਜਿਹਨੂੰ ਕਿ ਆਪਾਂ ਡਬਲੀ ਲਿੰਕ ਲਿਸਟ ਕਹਿੰਦੇ ਆ, ਉਹਦੇ ਉੱਪਰ ਕਿਸ ਤਰੀਕੇ ਨਾਲ ਆਪਰੇਸ਼ਨ ਪਰਫਾਰਮ ਹੁੰਦੇ ਆ ਬੇਟਾ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਓਕੇ ਬੇਟਾ, ਇਹ ਡਿਸਕਸ ਕਰਨ ਤੋਂ ਪਹਿਲਾਂ ਆਈ ਵੁੱਡ ਲਾਈਕ ਟੂ ਡਿਸਕਸ ਅ ਸਰਕੂਲਰ 2 ਵੇ ਲਿੰਕ ਲਿਸਟ। ਸਾਨੂੰ ਬੇਟਾ ਸਭ ਨੂੰ ਯਾਦ ਹੈ ਕਿ ਆਪਾਂ ਟਾਈਪਸ ਆਫ ਲਿੰਕ ਲਿਸਟ 1 ਵੇ ਲਿੰਕ ਲਿਸਟ ਡਿਸਕਸ ਕੀਤਾ ਸੀ, ਜਿਹਦੇ ਵਿੱਚ ਬੇਟਾ ਆਪਾਂ ਸਰਕੂਲਰ ਲਿੰਕ ਲਿਸਟ ਡਿਸਕਸ ਕੀਤੀ ਸੀਗੀ। ਬੇਟਾ ਕੋਈ ਦੱਸ ਸਕਦਾ ਕਿ ਸਰਕੂਲਰ ਲਿੰਕ ਲਿਸਟ ਕੀ ਹੁੰਦੀ ਹੈ? ਹਾਂਜੀ ਬੇਟਾ, ਐਨੀਬਡੀ? ਸਰ ਫਸਟ ਤੋਂ ਲਾਸਟ ਤੱਕ ਜਾਣਾ ਤੇ ਓਕੇ ਲਾਸਟ ਤੋਂ ਫਸਟ। ਓਕੇ, ਸੋ ਕਹਿਣ ਦਾ ਮੀਨ ਟੂ ਸੇ ਡੈਟ ਯੂ ਮੀਨ ਟੂ ਸੇ ਡੈਟ ਕਿ ਜਿਹੜੀ ਲਾਸਟ ਨੋਡ ਹੋਏਗੀ ਡੈਟ ਵਿਲ ਪੁਆਇੰਟ ਬੈਕ ਟੂ ਦਾ ਹੈਡਰ ਨੋਡ। ਕਲੀਅਰ ਬੇਟਾ, ਇਹੀ ਕਹਿ ਰਹੇ ਹੋ? ਯੈਸ ਸਰ। ਔਰ ਸੈਕਿੰਡ ਕੀ ਸੀਗਾ? ਔਰ ਇਨ ਕੇਸ ਆਫ ਅ ਸਰਕੂਲਰ ਲਿੰਕ ਲਿਸਟ ਵਿੱਚ ਆਪਣੇ ਕੋਲ ਕੋਈ ਵੀ ਇਨਵੈਲਿਡ ਐਡਰੈਸ ਨਹੀਂ ਹੁੰਦਾ ਸੀ ਔਰ ਸਾਰੇ ਦੇ ਸਾਰੇ ਮੇਰੇ ਕੋਲ ਵੈਲਿਡ ਐਡਰੈਸਿਸ ਹੁੰਦੇ ਸੀਗੇ। ਕਲੀਅਰ ਬੇਟਾ? ਠੀਕ ਹੈ। ਸੋ ਆਪਣੇ ਕੋਲ ਜਿਹੜੀ ਹੈਡਰ ਲਿੰਕ ਲਿਸਟ ਹੋਏਗੀ, ਸੋ ਪਹਿਲੀ ਗੱਲ ਤਾਂ 2 ਵੇ ਲਿੰਕ ਲਿਸਟ ਤੁਹਾਨੂੰ ਕਲੀਅਰ ਹੋਣੀ ਜ਼ਰੂਰੀ ਹੈ। 2 ਵੇ ਲਿੰਕ ਲਿਸਟ ਬੇਟਾ ਆਪਾਂ ਡਿਸਕਸ ਕਰ ਚੁੱਕੇ ਹਾਂ, ਸੌਰੀ ਦਿਸ ਵਨ, ਕਿ ਇਹਦੇ ਵਿੱਚ ਆਲਵੇਜ਼ ਕੀਪ ਇਨ ਮਾਈਂਡ ਕਿ ਇਨ ਕੇਸ ਆਫ ਅ 2 ਵੇ ਲਿੰਕ ਲਿਸਟ ਆਪਣੇ ਕੋਲ 2 ਨਲ ਪੁਆਇੰਟਰਸ ਹੋਣਗੇ। ਠੀਕ ਹੈ, ਜਿਹੜਾ ਕਿ ਫਰਸਟ ਨੋਡ ਔਰ ਲਾਸਟ ਨੋਡ ਦੇ ਵਿੱਚ ਹੋਣਗੇ। ਫਰਸਟ ਨੋਡ ਦੀ ਬੈਕਵਰਡ ਫੀਲਡ ਵਿੱਚ ਹੋਏਗਾ, ਲਾਸਟ ਨੋਡ ਦੀ ਆਪਣੇ ਕੋਲ ਫਾਰਵਰਡ ਫੀਲਡ ਦੇ ਵਿੱਚ ਹੋਏਗਾ। ਔਰ ਨਾਲ ਦੀ ਨਾਲ 2 ਪੁਆਇੰਟਰ ਵੇਰੀਏਬਲ ਆਪਾਂ ਮੇਨਟੇਨ ਕਰਾਂਗੇ, ਫਰਸਟ ਐਂਡ ਲਾਸਟ। फर्स्ट विल कंटेन द एड्रेस ऑफ द फर्स्ट नोड, लास्ट विल कंटेन द एड्रेस ऑफ द लास्ट नोड अपने को। नाउ ਹੁਣ ਆਪਾਂ ਬੇਟਾ ਡਿਜ਼ਾਈਨ ਕਰਨਾ 2 ਵੇ ਹੈਡਰ ਲਿੰਕ ਲਿਸਟ। 2 ਵੇ ਹੈਡਰ ਲਿੰਕ ਲਿਸਟ ਮੀਨਸ ਕੀ ਹੈ? ਹੈਡਰ ਨੋਡ ਆਪਾਂ ਐਡ ਕਰ ਦਾਂਗੇ। ਔਰ ਬੇਟਾ ਹੈਡਰ ਨੋਡ ਕਿੱਥੇ ਆਪਾਂ ਐਡ ਕਰਦੇ ਹਾਂ? ਸ਼ਾਬਾਸ਼ ਬੇਟਾ, ਹੁਣੇ ਦੱਸਿਆ ਤੁਹਾਨੂੰ ਹੈਡਰ ਨੋਡ ਕਿੱਥੇ ਐਡ ਕਰਾਂਗੇ। ਸਟਾਰਟ ਤੇ। ਦੈਟ ਮੀਨਸ ਦੈਟ ਗੁੱਡ, ਦੈਟ ਇਜ਼ ਆਲਵੇਜ਼ ਕੀਪ ਇਨ ਮਾਈਂਡ ਜਿਹੜੀ ਬੇਟਾ ਹੈਡਰ ਨੋਡ ਹੋਏਗੀ ਉਹ ਆਲਵੇਜ਼ ਆਪਾਂ ਬਿਗਨਿੰਗ ਦੇ ਉੱਪਰ ਪਲੇਸ ਕਰਾਂਗੇ। ਠੀਕ ਹੈ, ਬਿਗਨਿੰਗ ਦੇ ਉੱਪਰ ਕਿਉਂ ਪਲੇਸ ਕਰਾਂਗੇ? ਬਿਕੋਜ਼ ਅਗਰ ਆਪਾਂ ਨੂੰ ਲਿਸਟ ਦੀ ਕੰਪਲੀਟ ਇਨਫੋਰਮੇਸ਼ਨ ਚਾਹੀਦੀ ਹੈ ਦੈਨ ਸਟਾਰਟਿੰਗ ਵਿੱਚ ਹੀ ਆਪਾਂ ਨੂੰ ਹੈਡਰ ਨੋਡ ਤੋਂ ਉਹਦੀ ਕੰਪਲੀਟ ਇਨਫੋਰਮੇਸ਼ਨ ਮਿਲ ਜਾਏਗੀ। ਦੈਟ ਮੀਨਸ ਕਿ ਆਪਣੇ ਕੋਲ ਉਹਦੇ ਵਿੱਚ ਡਾਟਾ ਕਿਸ ਟਾਈਪ ਦਾ ਹੈ, ਸਾਈਜ਼ ਕਿੰਨਾ, ਆਪਣੇ ਕੋਲ ਕਿੰਨੀਆਂ ਨੰਬਰ ਆਫ ਨੋਡਸ ਹੈ ਐਂਡ ਆਲ ਡੈਟ, ਸਾਰੀ ਕੰਪਲੀਟ ਇਨਫੋਰਮੇਸ਼ਨ ਬੇਟਾ ਆਪਣੇ ਕੋਲ ਹੈਡਰ ਨੋਡ ਦੇ ਵਿੱਚ ਮਿਲ ਜਾਏਗੀ। ਸਾਨੂੰ ਕੋਈ ਨੋਡ ਵਿਜ਼ਿਟ ਕਰਨ ਦੀ ਲੋੜ ਨਹੀਂ ਹੈ। ਸੋ ਡੈਟਸ ਵਾਈ ਬੇਟਾ ਇਹ ਮੇਰੇ ਕੋਲ ਫਸਟ ਪਲੇਸ ਦੇ ਉੱਪਰ ਹੋਏਗੀ। ਸੋ ਇਨ ਦਿਸ ਕੇਸ ਜਦੋਂ ਆਪਾਂ ਬੇਟਾ ਹੈਡਰ ਨੋਡ ਦੀ ਗੱਲ ਕਰਾਂਗੇ, 2 ਵੇ ਹੈਡਰ ਲਿੰਕ ਲਿਸਟ ਦੀ ਗੱਲ ਕਰਾਂਗੇ, ਉਹਦੇ ਵਿੱਚ ਕੀ ਹੋਏਗਾ? ਲਿੰਕ ਲਿਸਟ ਜਿਹੜੀ ਨਾਰਮਲ ਆਪਾਂ ਯੂਜ਼ ਕਰਦੇ ਹੈ 2 ਵੇ ਉਹੀ ਹੋਏਗੀ, ਬਟ ਐਡੀਸ਼ਨਲੀ ਕੀ ਹੋ ਜਾਏਗਾ? ਇਹਦੇ ਵਿੱਚ ਹੈਡਰ ਨੋਡ ਐਡ ਹੋ ਜਾਏਗੀ। ਬੇਟਾ ਧਿਆਨ ਨਾਲ ਦੇਖੋ, ਹੈਡਰ ਨੋਡ ਦੇ ਆਪਣੇ ਕੋਲ 3 ਪਾਰਟਸ ਹੋਣਗੇ। फर्स्ट पार्ट अपने को इन्फॉर्मेशन पार्ट होएगा। क्लियर बेटा? दिस वन, दिस इज यू कैन से इन्फॉर्मेशन पार्ट, ਜਿਹਦੇ ਵਿੱਚ ਇਨਫੋਰਮੇਸ਼ਨ ਅਬਾਊਟ ਆ ਲਿਸਟ ਹੋਏਗੀ। ਕਲੀਅਰ ਬੇਟਾ? ਯੈਸ অর ਨੋ? ਯੈਸ ਸਰ। ਜਿਹੜੇ ਬੇਟਾ 2 ਪਾਰਟਸ ਹੋਣਗੇ ਡੈਟ ਵਿਲ ਕੰਟੇਨ ਦਾ ਐਡਰੈਸ ਆਫ ਦਾ ਨੋਡ। ਨਾਓ ਯੂ ਟੈਲ ਮੀ, ਦੱਸ ਸਕਦੇ ਹੋ ਕਿ ਇਹਨਾਂ ਵਿੱਚ ਕਿਹੜਾ ਕਿਹੜਾ ਐਡਰੈਸ ਹੋਣਾ ਚਾਹੀਦਾ ਹੈ ਅਗਰ ਆਪਾਂ ਹੈਡਰ ਨੋਡ ਦੀ ਗੱਲ ਕਰੀਏ ਤਾਂ? ਜਿਹੜੇ ਆਪਣੇ ਕੋਲ 2 ਲਾਸਟ ਨੋਡਸ ਸੌਰੀ ਆਪਣੇ ਕੋਲ ਫੀਲਡਸ ਹੈਗੀਆਂ ਹੈ, ਇਹਨਾਂ ਦੇ ਵਿੱਚ ਬੇਟਾ ਅਕੋਰਡਿੰਗ ਟੂ ਯੂ ਕਿਹਦਾ ਕਿਹਦਾ ਐਡਰੈਸ ਹੋਣਾ ਚਾਹੀਦਾ ਹੈ? ਸ਼ਾਬਾਸ਼। ਸਰ ਫਾਰਵਰਡ ਤੇ The maximum or minimum? ਨੋ ਬੇਟਾ ਨੋ, ਆਪਾਂ ਉੱਥੇ ਹੈਡਰ ਲਿੰਕ ਲਿਸਟ ਦੀ ਐਗਜ਼ਾਮਪਲ ਨਹੀਂ ਲੈ ਰਹੇ ਬੇਟਾ। ਮੈਂ ਇੱਥੇ ਇਹ ਡਿਸਕਸ ਕਰ ਰਿਹਾ ਹਾਂ ਕਿ ਅਗਰ 2 ਵੇ ਹੈਡਰ ਲਿੰਕ ਲਿਸਟ ਹੈ, ਹੈਡਰ ਨੋਡ ਇਨਕਲੂਡ ਹੈ, ਪਹਿਲਾ ਪਾਰਟ ਤਾਂ ਆਪਾਂ ਨੂੰ ਪਤਾ ਕਿ ਇਨਫੋਰਮੇਸ਼ਨ ਪਾਰਟ ਹੋਏਗਾ, ਇਟਸ ਓਕੇ। ਠੀਕ ਹੈ, ਜੋ ਵੀ ਕੰਪਲੀਟ ਇਨਫੋਰਮੇਸ਼ਨ ਹੋਏਗੀ ਉਹ ਆਪਾਂ ਇਹਦੀ ਇਨਫੋਰਮੇਸ਼ਨ ਪਾਰਟ ਵਿੱਚ ਆਪਾਂ ਸਟੋਰ ਕਰਾਂਗੇ। ਬੇਟਾ ਜਿਹੜੇ ਨੈਕਸਟ 2 ਫੀਲਡਸ ਹੈਗੀਆਂ ਆ ਇਹ ਬੇਟਾ ਬੇਸਿਕਲੀ ਐਡਰੈਸ ਫੀਲਡਸ ਹੋਣਗੀਆਂ। ਠੀਕ ਹੈ, ਫਸਟ ਵਨ ਐਂਡ ਸੈਕਿੰਡ ਵਨ ਜਿਹੜੀ ਹੋਗੀ ਐਡਰੈਸ ਫੀਲਡਸ ਹੋਏਗੀ। ਔਰ ਯੂ ਟੈਲ ਮੀ ਕਿ ਇਹਨਾਂ ਦੋਨਾਂ ਦੇ ਵਿੱਚ ਕਿਹੜੀ ਕਿਹੜੀ ਵੈਲਿਊਜ਼ ਆ ਸਕਦੀਆਂ ਹੈ ਅਕੋਰਡਿੰਗ ਟੂ ਯੂ? ਸ਼ਾਬਾਸ਼ ਬੇਟਾ।
So 1000 or 1016. ਹਾਂ ਵੈਰੀ ਗੁੱਡ ਦੈਟ ਮੀਨਸ ਕੀ ਹੋਏਗਾ ਜਿਹੜੀ ਆਪਣੇ ਕੋਲ ਹੈਡਰ ਨੋਡ ਹੋਏਗੀ ਬੇਟਾ ਜਦੋਂ ਹੈਡਰ ਨੋਡ ਬਣੇਗੀ ਤਾਂ ਦੈਨ ਇਨ ਦਿਸ ਕੇਸ ਆਪਣੇ ਕੋਲ ਫਰਸਟ ਔਰ ਲਾਸਟ ਪੁਆਇੰਟਰ ਵੇਰੀਏਬਲ ਖਤਮ ਹੋ ਜਾਣਗੇ ਆਲਵੇਜ਼ ਕੀਪ ਇਨ ਮਾਈਂਡ ਆਈ ਰਿਪੀਟ ਅਗੇਨ ਜਦੋਂ ਆਪਾਂ ਟੂ ਵੇ ਹੈਡਰ ਲਿੰਕ ਲਿਸਟ ਦੀ ਗੱਲ ਕਰਾਂਗੇ ਇਨ ਡੈਟ ਕੇਸ ਆਪਣੇ ਕੋਲ ਫਰਸਟ ਔਰ ਲਾਸਟ ਪੁਆਇੰਟਰ ਵੇਰੀਏਬਲ ਖਤਮ ਹੋ ਜਾਏਗਾ ਠੀਕ ਹੈ ਉਹਦੀ ਜਗ੍ਹਾ ਤੇ ਆਪਣੇ ਕੋਲ ਇੱਕੋ ਪੁਆਇੰਟਰ ਵੇਰੀਏਬਲ ਰਹੇਗਾ ਜਿਹਨੂੰ ਕਿ ਆਪਾਂ ਸਟਾਰਟ ਕਹਾਂਗੇ ਔਰ ਸਟਾਰਟ ਵਿੱਚ ਬੇਟਾ ਆਪਣੇ ਕੋਲ ਐਡਰੈਸ ਹੋਏਗਾ ਹੈਡਰ ਨੋਡ ਦਾ ਕਲੀਅਰ ਬੇਟਾ Yes, sir. ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਹੈਡਰ ਨੋਡ ਦਾ ਐਡਰੈਸ ਕਿੰਨਾ ਮੇਰੇ ਕੋਲ 1024 ਔਰ ਸਟਾਰਟ ਦੀ ਵੈਲਿਊ ਕਿੰਨੀ ਆ 1024 ਡੈਟ ਮੀਨਸ ਕੀ ਹੋਏਗਾ ਸਟਾਰਟ ਜਿਹੜਾ ਹੈ ਹੈਡਰ ਨੋਡ ਨੂੰ ਪੁਆਇੰਟ ਕਰੇਗਾ ਕਲੀਅਰ ਬੇਟਾ Yes, sir. ਸਿਮਿਲਰਲੀ ਜਿਹੜੀ ਆਪਣੇ ਕੋਲ ਪੁਆਇੰਟਰ ਫੀਲਡਸ ਹੋਣਗੀਆਂ ਪਹਿਲੀ ਪੁਆਇੰਟਰ ਫੀਲਡ ਜਿਹੜੀ ਹੋਏਗੀ ਇਹਦੇ ਵਿੱਚ ਜਿਹੜਾ ਪਹਿਲੀ ਨੋਡ ਹੋਇਆ ਉਹਦਾ ਐਡਰੈਸ ਹੋਏਗਾ ਕਲੀਅਰ ਬੇਟਾ ਯੈਸ অর Yes, ਨੋ sir. ਠੀਕ ਹੈ ਯੂ Yes, ਕੈਨ ਸੀ ਡੈਟ ਜਿਹੜੀ ਆਪਣੇ ਕੋਲ ਪਹਿਲੀ ਨੋਡ ਹੈ ਉਹਦਾ ਐਡਰੈਸ ਹੈ 1000 ਸੋ ਆਪਣੇ ਕੋਲ ਜਿਹੜੀ ਪਹਿਲੀ ਪੁਆਇੰਟਰ ਫੀਲਡ ਹੋਏਗੀ ਉਹਦੇ ਵਿੱਚ ਫਰਸਟ ਨੋਡ ਦਾ ਐਡਰੈਸ ਹੋਏਗਾ ਨਾਓ ਸ਼ਾਬਾਸ਼ ਟੈਲ ਮੀ ਕਿ ਜਿਹੜੀ ਆਪਣੀ ਕੋਲ ਰਿਮੇਨਿੰਗ ਪੁਆਇੰਟਰ ਫੀਲਡ ਬਚ ਗਈ ਹੈ ਉਹਦੇ ਵਿੱਚ ਐਡਰੈਸ ਕਿਹਦਾ ਹੋਣਾ ਚਾਹੀਦਾ ਹੈ The last node. ਵੈਰੀ ਗੁੱਡ ਦੈਟ ਮੀਨਸ ਉਹਦੇ ਵਿੱਚ ਐਡਰੈਸ ਕਿਹਦਾ ਹੋਏਗਾ ਲਾਸਟ ਨੋਡ ਦਾ ਕਲੀਅਰ ਬੇਟਾ ਯੈਸ অর ਨੋ Yes. ਤੁਸੀਂ ਦੇਖ ਸਕਦੇ ਹੋ ਕਿ ਲਾਸਟ ਨੋਡ ਦਾ ਐਡਰੈਸ ਕਿੰਨਾ 1016 ਉਸ ਤੋਂ ਬਾਅਦ ਇਹ ਕੀ ਬਣ ਜਾਏਗੀ ਆਪਣੇ ਕੋਲ ਟੂ ਵੇ ਹੈਡਰ ਲਿਸਟ ਬਣ ਜਾਏਗੀ ਕਲੀਅਰ ਬੇਟਾ Yes, sir. ਠੀਕ ਹੈ ਪਹਿਲਾਂ ਟੂ ਵੇ ਲਿਸਟ ਸੀਗੀ ਟੂ ਵੇ ਲਿਸਟ ਵਿੱਚ ਆਪਣੇ ਕੋਲ ਜਿਹੜੇ ਟੂ ਪੁਆਇੰਟਰ ਵੇਰੀਏਬਲ ਸੀ ਉਹ ਰਿਮੂਵ ਹੋ ਜਾਣਗੇ ਉਹਨਾਂ ਦੀ ਜਗ੍ਹਾ ਤੇ ਆਪਣੇ ਕੋਲ ਇੱਕੋ ਹੀ ਲਿਸਟ ਪੁਆਇੰਟਰ ਵੇਰੀਏਬਲ ਹੋਏਗਾ ਠੀਕ ਹੈ ਜਿਹਦੇ ਵਿੱਚ ਐਡਰੈਸ ਹੋਏਗਾ ਆਪਣੇ ਕੋਲ ਹੈਡਰ ਨੋਡ ਦਾ ਸਿਮਿਲਰਲੀ ਹੈਡਰ ਨੋਡ ਦੀਆਂ ਜਿਹੜੀ ਆਪਣੇ ਕੋਲ ਪੁਆਇੰਟਰ ਫੀਲਡਸ ਹੋਣਗੀਆਂ ਪਹਿਲੀ ਫੀਲਡ ਦੇ ਵਿੱਚ ਆਪਾਂ ਪਹਿਲੀ ਨੋਡ ਦਾ ਐਡਰੈਸ ਅਸੈਸ ਕਰਾਂਗੇ ਸਟੋਰ ਕਰਾਂਗੇ ਔਰ ਜਿਹੜੀ ਦੂਸਰੀ ਫੀਲਡ ਹੋਏਗੀ ਉਹਦੇ ਵਿੱਚ ਆਪਾਂ ਲਾਸਟ ਨੋਡ ਦਾ ਬੇਟਾ ਐਡਰੈਸ ਸਟੋਰ ਕਰਾਂਗੇ ਕਲੀਅਰ ਬੇਟਾ Yes, or no? sir. ਠੀਕ ਹੈ ਸੋ ਵਿਦ ਦਾ ਹੈਲਪ ਆਫ ਆ ਬੇਟਾ ਹੈਡਰ ਨੋਡ ਤੁਸੀਂ ਦੋਨਾਂ ਪਾਸਿਆਂ ਤੋਂ ਫਾਰਵਰਡ ਡਾਇਰੈਕਸ਼ਨ ਐਜ਼ ਵੈਲ ਐਜ਼ ਅ ਰਿਵਰਸ ਡਾਇਰੈਕਸ਼ਨ ਦੇ ਵਿੱਚ ਤੁਸੀਂ ਟ੍ਰਾਂਵਰਸ ਕਰ ਸਕਦੇ ਹੋ ਫੋਰ ਐਗਜ਼ਾਮਪਲ ਤੁਸੀਂ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਟ੍ਰਾਂਵਰਸ ਕਰਨਾ ਹੈ ਤੇ ਦੈਨ ਬੇਟਾ ਤੁਸੀਂ ਜਿਹੜਾ ਆਪਣੇ ਕੋਲ ਇਹ ਵਾਲਾ ਐਡਰੈਸ ਹੋਏਗਾ ਉਹਨੂੰ ਅਸੈਸ ਕਰੋਗੇ ਦੈਟ ਮੀਨਸ ਅਗਰ ਤੁਹਾਡੇ ਕੋਲ 1000 ਐਡਰੈਸ ਅਸੈਸ ਕਰੋਗੇ ਤਾਂ ਦੈਨ ਉਹਦੀ ਮਦਦ ਦੇ ਨਾਲ ਬੇਟਾ ਤੁਸੀਂ ਫਰਸਟ ਨੋਡ ਤੇ ਆ ਜਾਓਗੇ ਕਲੀਅਰ ਬੇਟਾ ਯੈਸ অর ਨੋ Yes. ਦੈਨ ਫਾਰਵਰਡ ਫੀਲਡ ਅਸੈਸ ਕਰਕੇ ਤੁਸੀਂ ਸੈਕਿੰਡ ਨੋਡ ਤੇ ਚਲ ਜਾਓਗੇ ਦੈਨ ਫਾਰਵਰਡ ਫੀਲਡ ਅਸੈਸ ਕਰਕੇ ਤੁਸੀਂ ਥਰਡ ਨੋਡ ਤੇ ਚਲ ਜਾਓਗੇ ਸਿਮਿਲਰਲੀ ਇਫ ਯੂ ਵਾਂਟ ਟੂ ਸਟਾਰਟ ਫਰਮ ਅ ਲਾਸਟ ਨੋਡ ਦੈਨ ਇਨ ਦਿਸ ਕੇਸ ਤੁਸੀਂ ਕੋ ਜਿਹੜਾ ਸੈਕਿੰਡ ਪੁਆਇੰਟਰ ਵੇਰੀਏਬਲ ਹੋਏਗਾ ਬੇਟਾ ਉਹਦੀ ਵੈਲਿਊ ਅਸੈਸ ਕਰਕੇ ਦੈਨ ਤੁਸੀਂ ਇਧਰੋਂ ਵੀ ਟ੍ਰਾਂਵਰਸ ਕਰ ਸਕਦੇ ਹੋ ਸੋ ਦੈਟਸ ਵਾਈ ਆਪਾਂ ਨੂੰ ਪਤਾ ਹੈ ਕਿ ਜਿਹੜੀ ਟੂ ਵੇ ਲਿੰਕ ਲਿਸਟ ਹੁੰਦੀ ਹੈ ਦੋਨਾਂ ਡਾਇਰੈਕਸ਼ਨ ਤੋਂ ਆਪਾਂ ਟ੍ਰਾਂਵਰਸ ਕਰ ਸਕਦੇ ਹਾਂ ਸੋ ਸੌਰੀ ਸੋ ਆਪਾਂ ਹੈਡਰ ਨੋਡ ਦੀ ਮਦਦ ਦੇ ਨਾਲ ਜਿਹੜੀਆਂ ਪੁਆਇੰਟਰ ਫੀਲਡਸ ਹੋਣਗੀਆਂ ਉਹਨਾਂ ਨੂੰ ਆਪਾਂ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਵੀ ਟ੍ਰਾਂਵਰਸ ਕਰ ਸਕਦੇ ਹਾਂ ਐਜ਼ ਵੈਲ ਐਜ਼ ਅ ਰਿਵਰਸ ਡਾਇਰੈਕਸ਼ਨ ਦੇ ਵਿੱਚ ਵੀ ਟ੍ਰਾਂਵਰਸ ਕਰ ਸਕਦੇ ਹਾਂ ਬੇਟਾ ਕਲੀਅਰ ਹੋ ਗਿਆ ਹੈਡਰ ਨੋਡ ਦਾ ਹੈਡਰ ਲਿਸਟ ਕਲੀਅਰ ਹੋ ਗਈ ਟੂ ਵੇ ਹੈਡਰ ਲਿਸਟ Yes, ਠੀਕ ਹੈ sir. ਸੋ ਡੈਫੀਨੇਸ਼ਨ ਕੀ ਹੋਏਗੀ ਹੈਡਰ ਟੂ ਵੇ ਲਿੰਕ ਲਿਸਟ ਟੂ ਵੇ ਹੈਡਰ ਲਿੰਕ ਲਿਸਟ ਇਜ਼ ਅ ਲਿੰਕ ਲਿਸਟ ਹੈਵਿੰਗ ਅ ਸਪੈਸ਼ਲ ਨੋਡ ਕਾਲ ਅ ਹੈਡਰ ਨੋਡ that is placed at the beginning of the list clear beta Yes, sir. header node will contain the information about the list as well as the address of the first node as well as the address of the last node so with the help of these addresses we can traverse in both the direction that is forward direction as well as the reverse direction clear beta Yes, sir. ਨਾਓ ਬੇਟਾ ਹੁਣ ਆਪਾਂ ਮੂਵ ਕਰਨਾ ਹੈ ਕਿ ਸਰਕੂਲਰ ਲਿੰਕ ਲਿਸਟ ਕਿੱਦਾਂ ਬਣੇਗੀ ਟੂ ਵੇ ਸਰਕੂਲਰ ਲਿੰਕ ਲਿਸਟ ਕਿੱਦਾਂ ਬਣੇਗੀ ਕੋਈ ਐਨੀ ਆਈਡੀਆ ਇਨ ਕੇਸ ਆਫ ਆ ਬੇਟਾ ਵਨ ਬੇਸ ਕੀ ਹੁੰਦਾ ਸੀਗਾ ਕਿ ਜਿਹੜੀ ਆਪਣੇ ਕੋਲ ਲਾਸਟ ਨੋਡ ਸੀਗੀ ਡੈਟ ਵਿਲ ਪੁਆਇੰਟ ਬੈਕ ਟੂ ਦਾ ਫਰਸਟ ਨੋਡ ਕਲੀਅਰ ਬੇਟਾ ਯੈਸ অর ਨੋ Yes, sir. ਔਰ ਦੂਸਰਾ ਕੇਸ ਕੀ ਸੀਗਾ ਇਹਦੇ ਵਿੱਚ ਕੋਈ ਵੀ ਆਪਣੇ ਕੋਲ ਇਨਵੈਲਿਡ ਐਡਰੈਸਸ ਨਹੀਂ ਹੁੰਦੇ ਸੀਗੇ ਹੁਣ ਮੰਨ ਲਓ ਮੇਰੇ ਕੋਲ ਟੂ ਵੇ ਹੈਡਰ ਲਿੰਕ ਲਿਸਟ ਹੈ ਹੁਣ ਇਹ ਬੇਟਾ ਇਹਨੂੰ ਆਪਾਂ ਸਰਕੂਲਰ ਲਿੰਕ ਲਿਸਟ ਵਿੱਚ ਕਨਵਰਟ ਕਰਨਾ ਹੈ ਤੇ ਬੇਟਾ ਕੀ ਕਰਾਂਗੇ ਆਪਾਂ ਧਿਆਨ ਨਾਲ ਦੇਖਿਓ ਸੋ ਧਿਆਨ ਨਾਲ ਬੇਟਾ ਦੇਖੋ ਕੀ ਕਰਾਂਗੇ ਜਿਹੜੀ ਪਹਿਲੀ ਨੋਡ ਹੋਏਗੀ ਪੁਆਇੰਟ ਬੈਕ ਟੂ ਦਾ ਹੈਡਰ ਨੋਡ ਕਲੀਅਰ ਬੇਟਾ ਯੈਸ অর ਨੋ Yes, sir. ਠੀਕ ਹੈ ਤੁਸੀਂ ਦੇਖੋ ਪਹਿਲਾਂ ਪਹਿਲੀ ਨੋਡ ਦੇ ਵਿੱਚ ਆਪਣੇ ਕੋਲ ਧਿਆਨ ਨਾਲ ਦੇਖੋ ਕਿ ਇੱਥੇ ਮੇਰੇ ਕੋਲ ਕੀ ਆ ਨਲ ਪੁਆਇੰਟਰ ਹੈ ਇਨ ਕੇਸ ਆਫ ਅ ਨਾਰਮਲ ਟੂ ਵੇ ਹੈਡਰ ਲਿੰਕ ਲਿਸਟ ਬੇਟਾ ਜਦੋਂ ਸਰਕੂਲਰ ਬਣਾਵਾਂਗੇ ਤਾਂ ਦੈਨ ਬੇਟਾ ਇਹਦੀ ਬੈਕਵਰਡ ਫੀਲਡ ਦੇ ਵਿੱਚ ਆਪਣੇ ਕੋਲ ਹੈਡਰ ਨੋਡ ਦਾ ਐਡਰੈਸ ਆ ਜਾਏਗਾ ਕਲੀਅਰ ਬੇਟਾ ਯੈਸ অর ਨੋ Yes. ਸੋ ਦੈਟਸ ਮੀਨਸ ਕੀ ਹੋਏਗਾ ਜਿਹੜੀ ਫਰਸਟ ਨੋਡ ਹੈ ਉਹਦੀ ਬੈਕਵਰਡ ਫੀਲਡ ਦੀ ਮਦਦ ਦੇ ਨਾਲ ਆਪਾਂ ਹੈਡਰ ਨੋਡ ਤੇ ਵਾਪਸ ਦੁਬਾਰਾ ਜਾ ਸਕਦੇ ਹਾਂ ਕਲੀਅਰ ਬੇਟਾ ਯੈਸ অর ਨੋ Yes. sir. ਸਿਮਿਲਰਲੀ ਬੇਟਾ ਜਿਹੜੀ ਲਾਸਟ ਨੋਡ ਹੋਏਗੀ ਉਹਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਸਰਕੂਲਰ ਵਿੱਚ ਕੋਈ ਵੀ ਇਨਵੈਲਿਡ ਐਡਰੈਸ ਨਹੀਂ ਹੁੰਦਾ ਜਿਹੜੀ ਆਪਣੇ ਕੋਲ ਲਾਸਟ ਨੋਡ ਵਿੱਚ ਨਲ ਪੁਆਇੰਟਰ ਹੋਏਗਾ ਬੇਟਾ ਇਹਦੇ ਵਿੱਚ ਵੀ ਐਡਰੈਸ ਆਪਣੇ ਕੋਲ ਕਿਹਦਾ ਆ ਜਾਏਗਾ ਹੈਡਰ ਨੋਡ ਦਾ ਆ ਜਾਏਗਾ ਕਲੀਅਰ ਬੇਟਾ Yes, yes or sir. no now this will point also to the
ਹੈਡਰ ਨੋਡ। ਸੋ ਬੇਟਾ ਇਹ ਜਿਹੜੀ ਲਿਸਟ ਬਣ ਜਾਏਗੀ ਆਪਣੇ ਕੋਲ ਕੀ ਬਣ ਜਾਏਗੀ, 2 ਵੇ ਸਰਕੂਲਰ ਹੈਡਰ ਲਿੰਕ ਲਿਸਟ। ਕਲੀਅਰ ਬੇਟਾ? Yes, sir. ਬੇਟਾ ਦੇਖੋ ਕਿਸ ਤਰੀਕੇ ਨਾਲ ਬਣੀ ਆ। ਫੋਰ ਐਗਜ਼ਾਮਪਲ ਆਪਾਂ ਫਾਰਵਰਡ ਡਾਇਰੈਕਸ਼ਨ ਵਿੱਚ ਮੂਵ ਕਰ ਰਹੇ ਹਾਂ, ਡੈਟ ਮੀਨਸ ਆਪਾਂ ਇਹ ਐਡਰੈਸ ਅਸੈਸ ਕਰਾਂਗੇ, ਇਹਦੀ ਮਦਦ ਦੇ ਨਾਲ ਬੇਟਾ ਆਪਾਂ ਫਰਸਟ ਨੋਡ ਦੇ ਉੱਪਰ ਜਾਵਾਂਗੇ। ਦੈਨ ਅਗਰ ਆਪਾਂ ਨੈਕਸਟ ਐਲੀਮੈਂਟ ਤੇ ਜਾਣਾ ਹੈ ਤੇ ਆਪਾਂ ਨੂੰ ਉਹਦੀ ਫਾਰਵਰਡ ਫੀਲਡ ਦਾ ਡਾਟਾ ਅਸੈਸ ਕਰਾਂਗੇ, ਦੈਨ ਆਟੋਮੈਟਿਕਲੀ ਆਪਾਂ ਸੈਕਿੰਡ ਨੋਡ ਦੇ ਉੱਪਰ ਚੱਲ ਜਾਾਂਗੇ। ਦੈਨ ਅਗਰ ਆਪਾਂ ਨੈਕਸਟ ਨੋਡ ਤੇ ਜਾਣਾ ਹੈ ਤੇ ਉਹਦੀ ਫਾਰਵਰਡ ਫੀਲਡ ਦਾ ਡਾਟਾ ਅਸੈਸ ਕਰਾਂਗੇ, ਬੇਟਾ ਆਪਾਂ ਨੈਕਸਟ ਨੋਡ ਤੇ ਚੱਲ ਜਾਾਂਗੇ। ਕਲੀਅਰ ਬੇਟਾ? ਯੈਸ অর ਨੋ? Yes, sir. ਸਿਮਿਲਰਲੀ ਜਿਹੜੀ ਆਪਣੇ ਕੋਲ ਲਾਸਟ ਨੋਡ ਹੁੰਦੀ, ਆਪਾਂ ਨੂੰ ਪਤਾ ਹੈ ਕਿ ਇਨ ਕੇਸ ਆਫ ਅ ਵਨ ਵੇ ਲਿੰਕ ਲਿਸਟ, ਸਰਕੂਲਰ ਲਿੰਕ ਲਿਸਟ ਵਿੱਚ ਕੀ ਹੁੰਦਾ ਸੀਗਾ, ਲਾਸਟ ਨੋਡ ਪੁਆਇੰਟ ਬੈਕ ਟੂ ਦਾ ਫਰਸਟ ਨੋਡ, ਹੈਡਰ ਨੋਡ। ਸਿਮਿਲਰਲੀ ਇਨ ਦਿਸ ਕੇਸ ਯੂ ਕੈਨ ਸੇ ਦੈਟ ਜਿਹੜੀ ਆਪਣੇ ਕੋਲ ਲਾਸਟ ਨੋਡ ਹੈ ਉਹ ਦੁਬਾਰਾ ਕਿਹਨੂੰ ਪੁਆਇੰਟ ਕਰ ਰਹੀ ਆ, ਫਰਸਟ ਨੋਡ ਨੂੰ। ਕਲੀਅਰ ਬੇਟਾ? ਯੈਸ অর ਨੋ? Yes. ਸੋ ਦੈਟਸ ਵਾਈ ਕੀ ਬਣ ਗਿਆ, ਇਹ ਆਪਣੇ ਕੋਲ ਇੱਕ ਸਰਕੂਲਰ ਬਣ ਗਿਆ, ਦੈਟ ਇਜ਼ ਨੋਨ ਐਜ਼ ਅ ਸਰਕੂਲਰ ਲਿੰਕ ਲਿਸਟ। ਕਲੀਅਰ ਬੇਟਾ? Yes, sir. ਬੇਟਾ ਸਮਝ Yes, ਗਏ? sir. ਸਿਮਿਲਰਲੀ ਫੋਰ ਐਗਜ਼ਾਮਪਲ ਅਗਰ ਤੁਸੀਂ ਰਿਵਰਸ ਡਾਇਰੈਕਸ਼ਨ ਵਿੱਚ ਸਟਾਰਟ ਕਰਨਾ ਹੈ, ਟ੍ਰਾਂਵਰਸ ਕਰਨਾ ਹੈ, ਤੇ ਅਗਰ ਆਪਾਂ ਇੱਧਰੋਂ ਸਟਾਰਟ ਕਰਾਂਗੇ ਤੇ ਇਹ ਵਾਲੀ ਨੋਡ ਅਸੈਸ ਹੋਏਗੀ। ਦੈਨ ਉਹਦੀ ਬੈਕਵਰਡ ਫੀਲਡ ਅਸੈਸ ਕਰਕੇ ਆਪਾਂ ਪ੍ਰੀਵੀਅਸ ਨੋਡ ਦੇ ਉੱਪਰ ਜਾਵਾਂਗੇ। ਦੈਨ ਉਹਦੀ ਬੈਕਵਰਡ ਫੀਲਡ ਅਸੈਸ ਕਰਕੇ ਆਪਾਂ ਪ੍ਰੀਵੀਅਸ ਨੋਡ ਦੇ ਉੱਪਰ ਜਾਵਾਂਗੇ। ਐਂਡ ਸਿਮਿਲਰਲੀ ਜਿਹੜੀ ਲਾਸਟ ਨੋਡ ਹੋਏਗੀ ਉਹਦੀ ਆਪਾਂ ਬੈਕਵਰਡ ਫੀਲਡ ਅਸੈਸ ਕਰਕੇ ਦੁਬਾਰਾ ਕਿੱਥੇ ਚੱਲ ਜਾਾਂਗੇ, ਫਰਸਟ ਨੋਡ ਤੇ। ਹੁਣ ਜਿਹੜੀ ਆਪਣੇ ਕੋਲ ਬੇਟਾ ਡਾਇਰੈਕਸ਼ਨ ਹੋਗੀ ਉਹ ਇਸ ਫਾਰਮ ਦੇ ਵਿੱਚ ਹੋਗੀ। ਕਲੀਅਰ ਬੇਟਾ? ਯੈਸ অর ਨੋ? Yes, sir. ਠੀਕ ਹੈ, ਜਿੱਥੋਂ ਬੇਟਾ ਆਪਾਂ ਸਟਾਰਟ ਕੀਤਾ ਸੀਗਾ ਉੱਥੇ ਆਪਾਂ ਪਹੁੰਚ ਗਏ ਹਾਂ। ਸੋ ਇਹ ਕੀ ਬਣ ਗਈ ਮੇਰੇ ਕੋਲ, 2 ਵੇ ਸਰਕੂਲਰ ਹੈਡਰ ਲਿੰਕ ਲਿਸਟ। ਕਲੀਅਰ ਬੇਟਾ? Yes, sir. ਠੀਕ ਹੈ, ਤੁਸੀਂ Yes, ਦੇਖ sir. ਸਕਦੇ ਹੋ ਕਿ ਇਨ ਸਰਕੂਲਰ ਲਿੰਕ ਲਿਸਟ, ਹੈਡਰ ਲਿੰਕ ਲਿਸਟ ਆਪਣੇ ਕੋਲ ਕੋਈ ਵੀ ਬੇਟਾ ਇਨਵੈਲਿਡ ਐਡਰੈਸ ਨਹੀਂ ਹੈ। ਬਟ ਆਲਵੇਜ਼ ਕੀਪ ਇਨ ਮਾਈਂਡ, ਜਦੋਂ ਸਰਕੂਲਰ ਹੈਡਰ ਲਿੰਕ ਲਿਸਟ ਬਣਾਉਣੀ ਹੈ ਤਾਂ ਜਿਹੜੀ ਮੇਰੇ ਕੋਲ ਪਹਿਲੀ ਨੋਡ ਹੋਏਗੀ ਉਹਦੀ ਬੈਕਵਰਡ ਫੀਲਡ ਵਿੱਚ ਹੈਡਰ ਨੋਡ ਦਾ ਐਡਰੈਸ ਆ ਜਾਏਗਾ। ਸਿਮਿਲਰਲੀ ਜਿਹੜੀ ਲਾਸਟ ਨੋਡ ਹੋਏਗੀ ਉਹਦੀ ਫਾਰਵਰਡ ਫੀਲਡ ਵਿੱਚ ਵੀ ਹੈਡਰ ਨੋਡ ਦਾ ਐਡਰੈਸ ਆ ਜਾਏਗਾ। ਸੋ ਆਟੋਮੈਟਿਕਲੀ ਇਹ ਕੀ ਬਣ ਜਾਏਗੀ ਮੇਰੇ ਕੋਲ, 2 ਵੇ ਸਰਕੂਲਰ ਹੈਡਰ ਲਿੰਕ ਲਿਸਟ। ਕਲੀਅਰ ਬੇਟਾ? Yes, sir. ਬੇਟਾ ਕਲੀਅਰ ਹੋ ਸਾਰਿਆਂ ਨੂੰ? Yes, sir. ਓਕੇ। ਸੋ ਨੈਕਸਟ ਜਿਹੜਾ ਆਪਾਂ ਅੱਜ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਡੈਟ ਇਜ਼ ਆਪਰੇਸ਼ਨ ਆਫ ਅ 2 ਵੇ ਔਰ ਯੂ ਕੈਨ ਸੇ ਡਬਲੀ ਲਿੰਕ ਲਿਸਟ। ਆਲਵੇਜ਼ ਕੀਪ ਇਨ ਮਾਈਂਡ, ਇਹਨੂੰ ਆਪਾਂ 2 ਵੇ ਲਿੰਕ ਲਿਸਟ ਔਰ ਡਬਲੀ ਲਿੰਕ ਲਿਸਟ ਵੀ ਕਹਿੰਦੇ ਆ। ਜਿੱਦਾਂ ਕਿ ਆਪਾਂ 1 ਵੇ ਨੂੰ ਸਿੰਗਲੀ ਕਹਿੰਦੇ ਆ ਔਰ 2 ਵੇ ਨੂੰ ਆਪਾਂ ਡਬਲੀ ਲਿੰਕ ਲਿਸਟ ਵੀ ਕਹਿੰਦੇ ਆ। ਠੀਕ ਹੈ, ਸੋ ਇਨ ਦਿਸ ਕੇਸ ਬੇਟਾ ਆਪਣੇ ਕੋਲ ਨਾਰਮਲ ਜਿਹੜੇ ਆਪਰੇਸ਼ਨਸ ਪਰਫਾਰਮ ਹੁੰਦੇ ਆ, 4 ਆਪਰੇਸ਼ਨ ਬੇਟਾ ਆਪਾਂ ਡਿਸਕਸ ਕਰਾਂਗੇ। ਫਰਸਟ ਇਜ਼ ਅ ਟ੍ਰਾਂਵਰਸਿੰਗ, ਦੈਨ ਇਨਸਰਸ਼ਨ, ਦੈਨ ਡਿਲੀਸ਼ਨ, ਉਸ ਤੋਂ ਬਾਅਦ ਆਪਾਂ ਸਰਚਿੰਗ ਡਿਸਕਸ ਕਰਾਂਗੇ। ਬਟ ਟੂਡੇ ਆਪਾਂ 2 ਜਿਹੜੇ ਹੈ ਉਹ ਆਪਰੇਸ਼ਨ ਡਿਸਕਸ ਕਰਾਂਗੇ। 1 ਇਜ਼ ਅ ਟ੍ਰਾਂਵਰਸਿੰਗ ਐਂਡ ਸੈਕਿੰਡ ਇਜ਼ ਅ ਇਨਸਰਸ਼ਨ। ਬੇਟਾ ਟ੍ਰਾਂਵਰਸਿੰਗ ਦਾ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਡਿਸਕਸ ਕਰ ਚੁੱਕੇ ਹਾਂ। ਵੈਨ ਵੀ ਆਰ ਅਸੈਸਿੰਗ ਦਾ ਰਿਕਾਰਡਸ ਔਰ ਵਿਜ਼ਿਟਿੰਗ ਦਾ ਰਿਕਾਰਡ, ਡੈਟ ਇਜ਼ ਨੋਨ ਐਜ਼ ਅ ਟ੍ਰਾਂਵਰਸਿੰਗ। ਕਲੀਅਰ ਬੇਟਾ? ਯੈਸ ਔਰ ਨੋ? Yes. ਔਰ ਡਿਲੀਸ਼ਨ ਦਾ sir. ਮਤਲਬ ਕੀ ਸੀ, ਵੈਨ ਐਵਰ ਵੀ ਇਨਸਰਟ ਅ ਨਿਊ ਨੋਡ ਇਨ ਦਾ ਸਟਰਕਚਰ, ਡੈਟ ਇਜ਼ ਨੋਨ ਐਜ਼ ਅ ਇਨਸਰਸ਼ਨ। ਸਿਮਿਲਰਲੀ ਡਿਲੀਸ਼ਨ ਦਾ ਕੀ ਮਤਲਬ ਹੋਏਗਾ, ਜਦੋਂ ਕਿ ਐਗਜ਼ਿਸਟਿੰਗ ਨੋਡ ਨੂੰ ਆਪਾਂ ਡਿਲੀਟ ਕਰਾਂਗੇ ਸਟਰਕਚਰ ਚੋਂ, ਡੈਟ ਇਜ਼ ਨੋਨ ਐਜ਼ ਅ ਡਿਲੀਸ਼ਨ। ਸਿਮਿਲਰਲੀ ਅਗਰ ਕੋਈ ਪਰਟੀਕੂਲਰ ਰਿਕਾਰਡ ਆਪਾਂ ਸਰਚ ਕਰਨਾ ਹੈ ਫਰੋਮ ਦਾ ਸਟਰਕਚਰ ਔਰ ਇਨ ਦਾ ਸਟਰਕਚਰ, ਦੈਨ ਉਸ ਆਪਰੇਸ਼ਨ ਨੂੰ ਕੀ ਕਵਾਂਗੇ ਆਪਾਂ, ਸਰਚਿੰਗ ਕਵਾਂਗੇ। ਕਲੀਅਰ ਬੇਟਾ? Yes, sir. ठीक है, so today we will discuss only a 2 operation, that is a traversing as well as a insertion। तो पहला ਆਪਾਂ ਬੇਟਾ traversing discuss ਕਰਾਂਗੇ, then ਉਸ ਤੋਂ ਬਾਅਦ ਬੇਟਾ ਆਪਾਂ discuss ਕਰਾਂਗੇ insertion। ਸੋ ਬੇਟਾ ਡਿਸਕਸ ਕਰਨ ਤੋਂ ਪਹਿਲਾਂ ਸਿੰਪਲ ਹੈ, ਆਪਾਂ ਡਿਟੇਲ ਵਿੱਚ ਡਿਸਕਸ ਨਹੀਂ ਕਰਨਾ, ਬਿਕੋਜ਼ ਆਪਾਂ ਡਿਟੇਲ ਵਿੱਚ 1 ਵੇ ਡਿਸਕਸ ਕਰ ਚੁੱਕੇ ਹਾਂ। ਸੇਮ ਉਹੀ ਪ੍ਰੋਸੈਸ ਹੋਏਗਾ। ਸੋ ਜਿਹੜਾ ਬੇਟਾ ਤੁਹਾਡੇ ਕੋਲ ਐਲਗੋ ਨਜ਼ਰ ਆ ਰਿਹਾ ਹੈ, ਦਿਸ ਇਜ਼ ਆ ਐਲਗੋਰਿਦਮ ਆਫ ਅ 1 ਵੇ ਲਿੰਕ ਲਿਸਟ। ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਲਿੰਕ ਲਿਸਟ ਹੈ, ਜਦੋਂ ਵੀ ਆਪਾਂ ਟ੍ਰਾਂਵਰਸ ਕਰਨੀ ਹੈ ਆਪਾਂ ਫਰਸਟ ਐਲੀਮੈਂਟ ਤੋਂ ਸਟਾਰਟ ਕਰਦੇ ਹਾਂ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਠੀਕ ਹੈ, ਆਲਵੇਜ਼ ਕੀਪ ਇਨ ਮਾਈਂਡ, ਮੈਂ ਦੁਬਾਰਾ ਰਿਪੀਟ ਕਰ ਰਿਹਾ ਹਾਂ, ਜਦੋਂ ਵੀ ਬੇਟਾ ਆਪਾਂ ਲਿੰਕ ਲਿਸਟ ਦੀ ਗੱਲ ਕਰਾਂਗੇ, ਅਗਰ ਕੋਈ ਵੀ ਐਲੀਮੈਂਟ ਆਪਾਂ ਅਸੈਸ ਕਰਨਾ ਹੈ ਜਾਂ ਵਿਜ਼ਿਟ ਕਰਨਾ ਹੈ ਜਾਂ ਕੋਈ ਵੀ ਆਪਰੇਸ਼ਨ ਪਰਫਾਰਮ ਕਰਨਾ ਹੈ, ਹਮੇਸ਼ਾ ਆਪਾਂ ਫਰਸਟ ਐਲੀਮੈਂਟ ਤੋਂ ਸਟਾਰਟ ਕਰਦੇ ਹਾਂ, ਕਿਉਂਕਿ ਆਪਾਂ ਲੀਨੀਅਰ ਆਰਡਰ ਫੋਲੋ ਕਰਨਾ ਹੈ। ਡਾਇਰੈਕਟਲੀ ਰੈਂਡਮਲੀ ਬੇਟਾ ਕੋਈ ਵੀ ਐਲੀਮੈਂਟ ਆਪਾਂ ਅਸੈਸ ਨਹੀਂ ਕਰ ਸਕਦੇ। ਠੀਕ ਹੈ, ਸੋ ਬੇਟਾ ਇਹ ਸਟੈਪ ਆਪਾਂ 1 ਵੇ ਲਿੰਕ ਲਿਸਟ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ। ਇਹਦੇ ਵਿੱਚ ਬੇਟਾ ਚੇਂਜਸ ਕੀ ਹੋਏਗਾ ਉਹ ਧਿਆਨ ਨਾਲ ਦੇਖਿਓ। ਇਨ ਦਿਸ ਕੇਸ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ 2 ਵੇ ਲਿੰਕ ਲਿਸਟ ਹੈ। ਚੇਂਜਸ ਕੀ ਹੋਏਗਾ, ਫੋਰ ਐਗਜ਼ਾਮਪਲ ਆਪਾਂ ਫਾਰਵਰਡ ਡਾਇਰੈਕਸ਼ਨ ਵਿੱਚ ਮੂਵ ਕਰਨਾ ਹੈ। ਸ਼ਾਬਾਸ਼ ਬੇਟਾ, ਅਗਰ ਮੈਂ ਫਾਰਵਰਡ ਡਾਇਰੈਕਸ਼ਨ ਵਿੱਚ ਮੂਵ ਕਰਨਾ ਹੈ ਤੇ ਯੂ ਟੈਲ ਮੀ ਕਿ ਜਿਹੜਾ PTR ਹੈ, ਪਿਛਲੇ ਪ੍ਰੀਵੀਅਸ ਦੇਖੋ ਇੱਥੇ ਆਪਣੇ ਕੋਲ ਸਟਾਰਟ ਸੀਗਾ, ਡੈਟ ਮੀਨਸ ਆਪਣੇ ਕੋਲ ਪਹਿਲੀ ਨੋਡ ਦਾ ਐਡਰੈਸ ਸੀਗਾ। ਹੁਣ ਮੰਨ ਲਓ ਤੁਸੀਂ 2 ਵੇ ਲਿੰਕ ਲਿਸਟ ਵਿੱਚ ਤੁਸੀਂ ਫਾਰਵਰਡ ਡਾਇਰੈਕਸ਼ਨ ਵਿੱਚ ਮੂਵ ਕਰਨਾ ਹੈ ਤੇ ਆਪਣੇ ਕੋਲ PTR ਇਜ਼ ਇਕੁਅਲ ਟੂ ਵਟ, ਇਹਦੀ ਵੈਲਿਊ ਬੇਟਾ ਕੀ ਹੋਣੀ ਚਾਹੀਦੀ ਹੈ? ਸ਼ਾਬਾਸ਼ ਬੇਟਾ, ਸ਼ਾਬਾਸ਼ ਬੇਟਾ।
ਬੇਟਾ ਆਪਾਂ ਫਾਰਵਰਡ ਵਿੱਚ ਮੂਵ ਕਰਨਾ ਹੈ ਔਰ ਆਪਾਂ ਦੱਸਿਆ ਹੈ ਕਿ ਹਮੇਸ਼ਾ ਫਰਸਟ ਐਲੀਮੈਂਟ ਤੋਂ ਸਟਾਰਟ ਕਰਦੇ ਹਾਂ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਸੋ ਬੇਟਾ ਫਰਸਟ ਐਲੀਮੈਂਟ ਨੂੰ ਆਪਾਂ ਐਡਰੈਸ ਨਹੀਂ ਆਪਾਂ ਨੂੰ ਚਾਹੀਦਾ, ਡੈਟ ਮੀਨਸ ਫਰਸਟ ਨਹੀਂ ਹੋਏਗਾ। Yes, sir. ਠੀਕ ਹੈ, ਸੋ ਪੀਟੀਆਰ ਦੀ ਬੇਟਾ ਵੈਲਿਊ ਕੀ ਹੋ ਜਾਏਗੀ ਮੇਰੇ ਕੋਲ? ਫਰਸਟ ਹੋ ਜਾਏਗੀ। ਕਲੀਅਰ ਬੇਟਾ? Yes, sir. ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਨ ਕੇਸ ਆਫ ਅ ਟੂ ਵੇ ਲਿੰਕ ਲਿਸਟ ਉੱਥੇ ਆਪਾਂ ਸਟਾਰਟ ਪੁਆਇੰਟਰ ਵੇਰੀਏਬਲ ਯੂਜ਼ ਨਹੀਂ ਕਰਦੇ, ਉੱਥੇ ਆਪਾਂ ਪੁਆਇੰਟਰ ਵੇਰੀਏਬਲ ਕਿਹੜਾ ਯੂਜ਼ ਕਰਦੇ ਹਾਂ? ਫਰਸਟ ਐਜ਼ ਵੈਲ ਐਜ਼ ਅ ਲਾਸਟ। ਅਗਰ ਫਾਰਵਰਡ ਡਾਇਰੈਕਸ਼ਨ ਵਿੱਚ ਕਰਨਾ ਹੈ ਤਾਂ ਪੀਟੀਆਰ ਦੀ ਵੈਲਿਊ ਕੀ ਆਪਾਂ ਫਰਸਟ ਕਰ ਦਾਂਗੇ। ਸੋ ਬੇਟਾ ਤਦ ਤੱਕ ਆਪਾਂ ਮੂਵ ਕਰਦੇ ਰਹਾਂਗੇ ਜਦ ਤੱਕ ਕਿ ਪੀਟੀਆਰ ਦੀ ਵੈਲਿਊ ਨਲ ਨਹੀਂ ਹੋ ਜਾਂਦੀ। ਕਲੀਅਰ ਬੇਟਾ? ਯੈਸ ਔਰ ਨੋ? Yes. ਦੈਟ ਮੀਨਸ ਅਗਰ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਹੈ ਤਦ ਤੱਕ ਬੇਟਾ ਆਪਾਂ ਵਿਜ਼ਿਟ ਕਰਦੇ ਰਹਾਂਗੇ ਜਦ ਤੱਕ ਕਿ ਮੇਰੇ ਕੋਲ ਬੇਟਾ ਜਿਹੜੀ ਪੁਆਇੰਟਰ ਫੀਲਡ ਦੀ ਵੈਲਿਊ ਨਲ ਨਹੀਂ ਹੋ ਜਾਂਦੀ। ਜਦੋਂ ਮੇਰੇ ਕੋਲ ਪੁਆਇੰਟਰ ਫੀਲਡ ਦੀ ਵੈਲਿਊ ਨਲ ਹੋ ਜਾਏਗੀ ਉਦੋਂ ਟ੍ਰਾਂਵਰਸਿੰਗ ਆਪਾਂ ਸਟਾਪ ਕਰ ਦਾਂਗੇ। ਕਲੀਅਰ ਬੇਟਾ? Yes, sir. ਯੈਸ ਔਰ ਨੋ? Yes, sir. ਸੋ ਉਸ ਤੋਂ ਬਾਅਦ ਹੋਰ ਕੀ ਚੇਂਜ ਹੋਏਗਾ? ਹੁਣ ਸ਼ਾਬਾਸ਼, ਹੁਣ ਮੈਂ ਬੇਟਾ ਪੁਆਇੰਟਰ ਅਪਡੇਟ ਕਰਨਾ ਹੈ। ਡੈਟ ਮੀਨਸ ਮੰਨ ਲਓ ਸਪੋਜ਼ ਤੁਸੀਂ ਇਸ ਨੋਡ ਦੇ ਉੱਪਰ ਹੋ, ਹੁਣ ਤੁਸੀਂ ਬੇਟਾ ਇਸ ਨੋਡ ਦੇ ਉੱਪਰ ਜਾਣਾ ਹੈ ਤੇ ਦੱਸੋ ਤੁਸੀਂ ਇਹ ਪਹਿਲੀ ਨੋਡ ਦੀ ਕਿਹੜੀ ਫੀਲਡ ਚੈੱਕ ਕਰਾਂਗੇ? ਸ਼ਾਬਾਸ਼ ਬੇਟਾ ਤੁਸੀਂ ਕਰੰਟਲੀ ਫਰਸਟ ਨੋਡ ਤੇ ਹੋ ਬਿਕੋਜ਼ ਆਪਣੇ ਕੋਲ ਪਹਿਲੀ ਨੋਡ ਦਾ ਐਡਰੈਸ ਮਿਲ ਗਿਆ ਹੈ। ਇਨ ਦਿਸ ਕੇਸ ਪੀਟੀਆਰ ਦੀ ਵੈਲਿਊ ਕਿੰਨੀ ਹੋਗੀ ਮੇਰੇ ਕੋਲ? 198। ਕਲੀਅਰ ਬੇਟਾ? Yes, sir. ਠੀਕ ਹੈ, ਸੋ ਅਗਰ ਆਪਾਂ ਜੇ ਕੰਪੇਅਰ ਕਰੀਏ 198 ਇਜ਼ ਨਾਟ ਇਕੁਅਲ ਟੂ ਨਲ, ਕੰਡੀਸ਼ਨ ਕੀ ਹੋ ਜਾਏਗੀ? ਟਰੂ ਹੋ ਜਾਏਗੀ। ਦੈਨ ਬੇਟਾ ਉਸ ਤੋਂ ਬਾਅਦ ਆਪਾਂ ਥਰਡ ਸਟੈਪ ਦੇ ਵਿੱਚ ਜਾਵਾਂਗੇ। ਕੀ ਕਹਿ ਰਿਹਾ? ਅਪਲਾਈ ਪ੍ਰੋਸੈਸ ਟੂ ਇਨਫੋ ਪੀਟੀਆਰ। ਪੀਟੀਆਰ ਦੀ ਬੇਟਾ ਵੈਲਿਊ ਕਿੰਨੀ ਹੈ ਮੇਰੇ ਕੋਲ? 198। ਕਲੀਅਰ ਬੇਟਾ? ਯੈਸ ਔਰ ਨੋ? Yes. Yes, sir. ਸੋ ਇਹਦਾ ਮਤਲਬ ਕੀ ਹੋਏਗਾ? ਇਸ ਐਡਰੈਸ ਦੀ ਆਪਾਂ ਕਿਹੜੀ ਫੀਲਡ ਚੈੱਕ ਕਰਾਂਗੇ? ਇਨਫੋਰਮੇਸ਼ਨ ਫੀਲਡ। ਕਲੀਅਰ ਬੇਟਾ? Yes, sir. ਠੀਕ ਹੈ, ਸੋ ਇਹ ਐਡਰੈਸ ਕਿਹੜਾ ਹੈ? ਪਹਿਲੀ ਨੋਡ ਦਾ 198 ਔਰ ਇਨਫੋਰਮੇਸ਼ਨ ਫੀਲਡ ਕਿਹੜੀ ਮੇਰੇ ਕੋਲ? ਇਹ ਵਾਲੀ। ਇੱਥੇ ਆਪਣੇ ਕੋਲ ਐਲੀਮੈਂਟ ਕਿਹੜਾ ਮਿਲ ਜਾਏਗਾ? 55 ਮਿਲ ਜਾਏਗਾ। ਕਲੀਅਰ ਬੇਟਾ? ਜਿੱਦਾਂ ਕਿ ਆਪਾਂ 1 ਵੇ ਵਿੱਚ ਕਰ ਚੁੱਕੇ ਹਾਂ। ਕਲੀਅਰ? Yes, sir. ਹੁਣ ਸ਼ਾਬਾਸ਼, ਯੂ ਟੈਲ ਮੀ, ਹੁਣ ਮੈਂ ਨੈਕਸਟ ਨੋਡ ਦੇ ਉੱਪਰ ਜਾਣਾ ਹੈ। ਦੈਟ ਮੀਨਸ ਮੈਨੂੰ ਮੇਰਾ ਕਿਹੜਾ ਐਡਰੈਸ ਚਾਹੀਦਾ ਹੈ ਔਰ ਕਿਹੜੀ ਫੀਲਡ ਮੈਂ ਅਸੈਸ ਕਰੂੰਗਾ? ਪੁਆਇੰਟਰ ਕਿੱਦਾਂ ਅਪਡੇਟ ਕਰੂੰਗਾ? ਐਨੀਬਡੀ? ਸ਼ਾਬਾਸ਼। The 206 address forward field है। ਵੈਰੀ ਗੁੱਡ। ਦੈਟ ਮੀਨਸ ਕੀ ਹੋਏਗਾ ਆਪਣੇ ਕੋਲ? ਜਿਹੜਾ ਆਪਾਂ ਕਮਾਂਡ ਲਿਖਾਂਗੇ ਪੁਆਇੰਟਰ ਅਪਡੇਟ ਦੀ, ਦੈਟ ਮੀਨਸ ਆਪਾਂ ਨੂੰ ਪਤਾ ਹੈ ਕਿ ਜਿਹੜੀ ਨੈਕਸਟ ਨੋਡ ਦਾ ਐਡਰੈਸ ਹੈ ਉਹ ਪਹਿਲੀ ਨੋਡ ਦੀ ਫਾਰਵਰਡ ਫੀਲਡ ਦੇ ਵਿੱਚ ਪਿਆ ਹੋਇਆ। ਯੈਸ ਔਰ ਨੋ ਬੇਟਾ? Yes, sir. ਤੇ ਉੱਥੇ ਕੀ ਯੂਜ਼ ਕਰਾਂਗੇ ਆਪਾਂ? ਫਾਰਵਰਡ ਪੀਟੀਆਰ। ਕਲੀਅਰ ਬੇਟਾ? Yes, sir. ਠੀਕ ਹੈ, ਪੀਟੀਆਰ ਦੀ ਵੈਲਿਊ ਆਪਣੇ ਕੋਲ ਕਿੰਨੀ ਸੀਗੀ? 198। ਸੋ ਇਹਨੂੰ ਕਿੱਦਾਂ ਰੀਡ ਕਰਾਂਗੇ? ਦੈਟ ਮੀਨਸ ਇਸ ਐਡਰੈਸ ਦੀ ਫਾਰਵਰਡ ਫੀਲਡ। ਇਹ ਐਡਰੈਸ ਕਿਹੜਾ ਮੇਰੇ ਕੋਲ? ਇਹ ਵਾਲਾ। ਔਰ ਉਹਦੀ ਫਾਰਵਰਡ ਫੀਲਡ ਕਿਹੜੀ? ਇਹ ਵਾਲੀ। ਔਰ ਉੱਥੇ ਵੈਲਿਊ ਕਿੰਨੀ ਪਈ ਆ? 206। ਕਲੀਅਰ ਬੇਟਾ? Yes, sir. ਸੋ ਪੀਟੀਆਰ ਦੀ ਵੈਲਿਊ ਬੇਟਾ ਕਿੰਨੀ ਹੋ ਜਾਏਗੀ ਮੇਰੇ ਕੋਲ? 206 ਹੋਏਗੀ। ਪੁਆਇੰਟਰ ਕੀ ਹੋ ਗਿਆ? ਅਪਡੇਟ ਹੋ ਗਿਆ। ਦੇਖ ਸਕਦੇ ਹੋ ਲਿਖਿਆ ਹੋਇਆ ਪੀਟੀਆਰ ਨਾਓ ਪੁਆਇੰਟ ਟੂ ਦਾ ਨੈਕਸਟ ਨੋਡ। ਜਦੋਂ ਆਪਾਂ ਨੂੰ ਨੈਕਸਟ ਨੋਡ ਦਾ ਐਡਰੈਸ ਮਿਲ ਜਾਏਗਾ ਡੈਟ ਮੀਨਸ ਆਪਾਂ ਨੈਕਸਟ ਨੋਡ ਤੇ ਵਿਜ਼ਿਟ ਕਰ ਸਕਦੇ ਹਾਂ। ਕਲੀਅਰ ਬੇਟਾ? Yes, sir. ਸਿਮਿਲਰਲੀ ਆਪਾਂ ਦੁਬਾਰਾ ਫੇਰ ਆਪਾਂ ਉੱਪਰ ਜਾਵਾਂਗੇ। ਪੀਟੀਆਰ ਦੀ ਵੈਲਿਊ ਕਿੰਨੀ ਹੋ ਜਾਏਗੀ ਆਪਣੇ ਕੋਲ? 206। ਬੇਟਾ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ, ਸਭ ਨੂੰ ਕਲੀਅਰ ਆ? ਟ੍ਰਾਂਵਰਸਿੰਗ ਵਨ ਵੇ ਦੇ ਵਿੱਚ ਸੇਮ ਉਹੀ ਪ੍ਰੋਸੈਸ ਚੱਲਦਾ ਪਿਆ ਹੈ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਅਗੇਨ ਮੇਰੇ ਕੋਲ ਕੰਡੀਸ਼ਨ ਕੀ ਹੋ ਜਾਏਗੀ? ਟਰੂ ਹੋ ਜਾਏਗੀ। ਦੁਬਾਰਾ ਅਪਲਾਈ ਕਰਾਂਗੇ, ਇਨਫੋ 206 ਬਣ ਜਾਏਗਾ। ਦੈਟ ਮੀਨਸ ਇਹ ਵਾਲਾ 206 ਦਾ ਆਪਾਂ ਇਨਫੋਰਮੇਸ਼ਨ ਪਾਰਟ ਅਸੈਸ ਕਰਾਂਗੇ, ਉੱਥੇ ਕੀ ਮਿਲੇਗਾ ਆਪਾਂ ਨੂੰ? 87। ਕਲੀਅਰ ਬੇਟਾ? Yes, sir. ਦੈਟ ਮੀਨਸ ਆਪਾਂ ਨੂੰ ਸੈਕਿੰਡ ਐਲੀਮੈਂਟ ਮਿਲ ਗਿਆ ਹੈ। ਦੈਨ ਅਗੇਨ ਆਪਾਂ ਨੈਕਸਟ ਨੋਡ ਦੇ ਵਿੱਚ ਜਾਣਾ ਹੈ ਤੇ ਫਾਰਵਰਡ ਫੀਲਡ ਜਿਹੜੀ ਹੈ ਉਹਦੀ ਚੈੱਕ ਕਰਾਂਗੇ। ਨਾਓ ਪੀਟੀਆਰ ਦੀ ਵੈਲਿਊ ਕਿੰਨੀ ਹੈ? 206। ਦੈਟ ਮੀਨਸ ਇਹਦੀ ਐਡਰੈਸ ਦੀ ਫਾਰਵਰਡ ਫੀਲਡ, ਉੱਥੇ ਕਿੰਨੀ ਵੈਲਿਊ ਪਈ ਹੈ ਮੇਰੇ ਕੋਲ? 213। ਦੈਟ ਮੀਨਸ ਪੁਆਇੰਟਰ ਕੀ ਹੋ ਜਾਏਗਾ ਮੇਰੇ ਕੋਲ? 213 ਅਪਡੇਟ ਹੋ ਜਾਏਗਾ। ਕਲੀਅਰ ਬੇਟਾ? Yes, sir. ਸੋ ਇਸ ਤਰੀਕੇ ਨਾਲ ਤਦ ਤੱਕ ਆਪਾਂ ਮੂਵ ਕਰਦੇ ਰਹਾਂਗੇ ਜਦ ਤੱਕ ਆਪਣੇ ਕੋਲ ਪੀਟੀਆਰ ਦੀ ਵੈਲਿਊ 0 ਨਹੀਂ ਹੋ ਜਾਂਦੀ। ਬੇਟਾ ਜਦੋਂ ਪੀਟੀਆਰ ਦੀ ਵੈਲਿਊ 0 ਹੋ ਜਾਏਗੀ ਫਿਰ ਟ੍ਰਾਂਵਰਸਿੰਗ ਆਪਣੇ ਕੋਲ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਕੀ ਹੋ ਜਾਏਗੀ? ਖਤਮ ਹੋ ਜਾਏਗੀ, ਸਟਾਪ ਹੋ ਜਾਏਗੀ। ਕਲੀਅਰ ਬੇਟਾ? Yes, sir. ਹੁਣ ਸਪੋਜ਼ ਤੁਸੀਂ ਹੁਣ ਰਿਵਰਸ ਡਾਇਰੈਕਸ਼ਨ ਦੇ ਵਿੱਚ ਬੇਟਾ ਸਟਾਰਟ ਕਰਨਾ ਹੈ। ਰਿਵਰਸ ਡਾਇਰੈਕਸ਼ਨ ਸਟਾਰਟ ਕਰਨਾ ਹੈ। ਹੁਣ ਸ਼ਾਬਾਸ਼, ਮੈਨੂੰ ਦੱਸੋ ਆਪਾਂ ਕਿੱਥੇ ਕਿੱਥੇ ਚੇਂਜਸ ਕਰੀਏ? ਸ਼ਾਬਾਸ਼ ਬੇਟਾ। ਬੇਟਾ ਆਪਾਂ ਕਿੱਧਰੋਂ ਸਟਾਰਟ ਕਰਨਾ ਹੈ? ਰਿਵਰਸ ਡਾਇਰੈਕਸ਼ਨ ਵਿੱਚ। ਦੈਟ ਮੀਨਸ ਦਿਸ ਸਾਈਡ। ਯੈਸ ਔਰ ਨੋ? Yes, sir. Last move. ਦੈਟ ਮੀਨਸ ਕੀ ਹੋਏਗਾ? ਕੀ ਚੇਂਜ ਕਰਾਂਗੇ ਆਪਾਂ ਸਟਾਰਟਿੰਗ ਵਿੱਚ? ਬੇਟਾ ਜਿੱਥੇ ਫਰਸਟ ਲਿਖਿਆ ਹੋਇਆ ਉੱਥੇ ਕੀ ਆ ਜਾਏਗਾ ਮੇਰੇ ਕੋਲ? Node. ਲਾਸਟ। ਕਲੀਅਰ ਬੇਟਾ? Yes, sir. ਬੇਟਾ ਯੈਸ ਔਰ ਨੋ? Yes, sir. ਹੁਣ ਸ਼ਾਬਾਸ਼, ਧਿਆਨ ਨਾਲ ਦੇਖੋ। ਜਦੋਂ ਆਪਾਂ ਲਾਸਟ ਦੈਟ ਮੀਨਸ ਇਸ ਨੋਡ ਦੇ ਉੱਪਰ ਆ ਗਏ ਆ, ਹੁਣ ਆਪਾਂ ਇਸ ਨੋਡ ਦੇ ਉੱਪਰ ਜਾਣਾ ਹੈ ਤਾਂ ਬੇਟਾ ਕਿਹੜੀ ਫੀਲਡ ਚੈੱਕ ਕਰਾਂਗੇ? ਫਾਰਵਰਡ ਫੀਲਡ ਔਰ ਬੈਕਵਰਡ ਫੀਲਡ?
backward field. ਵੈਰੀ ਗੁੱਡ, ਦੈਟ ਮੀਨਸ ਕੀ ਹੋਏਗਾ ਬੈਕਵਰਡ ਫੀਲਡ, ਬਿਕੋਜ਼ ਆਪਾਂ ਨੂੰ ਪਤਾ ਹੈ ਕਿ ਇਸ ਤੋਂ ਬਾਅਦ ਨੈਕਸਟ ਨੋਡ ਦਾ ਐਡਰੈਸ ਬੈਕਵਰਡ ਫੀਲਡ ਵਿੱਚ ਹੈ। ਸੋ ਬੇਟਾ ਕੀ ਚੇਂਜ ਹੋ ਜਾਏਗਾ, ਪੀਟੀਆਰ ਜਿਹੜੇ ਫਾਰਵਰਡ ਪੀਟੀਆਰ ਲਿਖਿਆ ਸੀਗਾ ਬੇਟਾ ਉੱਥੇ ਕੀ ਬਣ ਜਾਏਗਾ, ਬੈਕਵਰਡ ਪੀਟੀਆਰ ਬਣ ਜਾਏਗਾ। ਕਲੀਅਰ ਬੇਟਾ? Yes, sir. ਸੋ ਦੋ ਹੀ ਚੇਂजेस ਹੈ, ਅਗਰ ਇਹ ਫਾਰਵਰਡ ਯੂਜ਼ ਕਰਨਾ ਹੈ ਤੇ ਪੀਟੀਆਰ ਇਜ਼ ਇਕੁਅਲ ਟੂ ਫਰਸਟ ਔਰ ਪੁਆਇੰਟਰ ਅਪਡੇਟ ਕਰਾਂਗੇ ਫਾਰਵਰਡ ਪੀਟੀਆਰ। ਅਗਰ ਆਪਾਂ ਰਿਵਰਸ ਡਾਇਰੈਕਸ਼ਨ ਵਿੱਚ ਮੂਵ ਕਰਨਾ ਹੈ ਤੇ ਦੈਨ ਪੀਟੀਆਰ ਦੀ ਵੈਲਿਊ ਬੇਟਾ ਕੀ ਹੋਏਗੀ ਲਾਸਟ, ਦੈਨ ਪੀਟੀਆਰ ਜਿਹੜਾ ਅਪਡੇਟ ਪੁਆਇੰਟਰ ਹੋਏਗਾ ਉਹਦੀ ਸਟੇਟਮੈਂਟ ਕੀ ਹੋਏਗੀ ਬੈਕ ਪੀਟੀਆਰ। ਕਲੀਅਰ ਬੇਟਾ? Yes, sir. Yes. ਇਸ ਤਰੀਕੇ ਨਾਲ ਬੇਟਾ ਆਪਾਂ ਮੂਵ ਕਰਦੇ ਰਹਾਂਗੇ, ਤਦ ਤੱਕ ਮੂਵ ਕਰਾਂਗੇ ਜਦ ਤੱਕ ਕਿ ਪੀਟੀਆਰ ਦੀ ਵੈਲਿਊ ਮੇਰੇ ਕੋਲ ਨਲ ਨਹੀਂ ਆ ਜਾਂਦੀ। ਜਦੋਂ ਮੇਰੇ ਕੋਲ ਬੇਟਾ ਇਹ ਵੈਲਿਊ ਨਲ ਆ ਜਾਏਗੀ ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਵਿਜ਼ਿਟਿੰਗ ਹੈ ਰਿਕਾਰਡ ਦੀ ਉਹ ਆਪਾਂ ਕੀ ਕਰ ਦਾਂਗੇ, ਸਟਾਪ ਕਰ ਦਾਂਗੇ। ਸੋ ਇਸ ਮਦਦ ਦੇ ਨਾਲ ਆਪਾਂ ਸਾਰੇ ਰਿਕਾਰਡ ਕੀ ਕਰ ਸਕਦੇ ਹਾਂ, ਵਿਜ਼ਿਟ ਕਰ ਸਕਦੇ ਹਾਂ। ਬੇਟਾ ਕਲੀਅਰ ਹੋ ਸਾਰਿਆਂ ਨੂੰ? Yes, Yes, sir. sir. ਠੀਕ ਹੈ, ਚੇਂजेस ਕਲੀਅਰ ਹੋ ਗਏ ਸਾਰੇ? ਕੀ ਚੇਂजेस ਹੋ ਰਹੇ ਆ? ਅਗਰ ਦੇਖੋ 1 ਦੀ ਗੱਲ ਕਰੀਏ, ਸ਼ਾਬਾਸ਼, 1 ਦੇ ਵਿੱਚ ਆਪਣੇ ਕੋਲ ਕੀ ਸੀਗਾ, ਇੱਥੇ ਸਟਾਰਟ ਸੀਗਾ ਔਰ ਆਪਣੇ ਕੋਲ ਇੱਥੇ ਪੁਆਇੰਟਰ ਵੇਰੀਏਬਲ ਫਿਕਸ ਰਹਿੰਦਾ ਸੀਗਾ। ਬਟ ਜਦੋਂ ਆਪਾਂ ਫਾਰਵਰਡ ਦੀ ਗੱਲ ਕਰਾਂਗੇ, ਸੌਰੀ 2 ਦੀ ਗੱਲ ਕਰਾਂਗੇ, ਇੱਥੇ ਆਪਣੇ ਕੋਲ ਚੇਂजेस ਹੋ ਸਕਦਾ, ਡਿਪੈਂਡ ਕਰੇਗਾ ਕਿ ਆਪਾਂ ਫਾਰਵਰਡ ਵਿੱਚ ਮੂਵ ਕਰ ਰਹੇ ਹਾਂ ਜਾਂ ਰਿਵਰਸ ਡਾਇਰੈਕਸ਼ਨ ਵਿੱਚ ਮੂਵ ਕਰ ਰਹੇ ਹਾਂ। ਅਗਰ ਫਾਰਵਰਡ ਵਿੱਚ ਮੂਵ ਕਰ ਰਹੇ ਹਾਂ ਤੇ ਆਪਣੇ ਕੋਲ ਇੱਥੇ ਲਿੰਕ ਦੀ ਜਗ੍ਹਾ ਫਾਰਵਰਡ ਫੀਲਡ ਆ ਜਾਏਗੀ। ਅਗਰ ਆਪਾਂ ਰਿਵਰਸ ਡਾਇਰੈਕਸ਼ਨ ਵਿੱਚ ਮੂਵ ਕਰ ਰਹੇ ਹਾਂ ਇੱਥੇ ਬੇਟਾ ਮੇਰੇ ਕੋਲ ਕੀ ਆ ਜਾਏਗਾ, ਲਾਸਟ ਆ ਜਾਏਗਾ। ਕਲੀਅਰ ਬੇਟਾ? Yes, sir. ਸਿਮਿਲਰਲੀ ਇੱਥੇ ਸਟਾਰਟ ਦੀ ਜਗ੍ਹਾ ਫਰਸਟ ਆ ਜਾਏਗਾ ਅਗਰ ਫਾਰਵਰਡ ਡਾਇਰੈਕਸ਼ਨ ਵਿੱਚ ਹੈ। ਅਗਰ ਆਪਾਂ ਰਿਵਰਸ ਡਾਇਰੈਕਸ਼ਨ ਵਿੱਚ ਮੂਵ ਕਰ ਰਹੇ ਇੱਥੇ ਮੇਰੇ ਕੋਲ ਕੀ ਆ ਜਾਏਗਾ, ਲਾਸਟ ਆ ਜਾਏਗਾ। ਡੈਟਸ ਇਹੀ ਚੇਂजेस ਹੋਣਗੇ, ਬਾਕੀ ਮੇਰੇ ਕੋਲ ਐਲਗੋਰਿਥਮ ਸਾਰਾ ਕੀ ਰਹੇਗਾ, ਸੇਮ ਰਹੇਗਾ। ਕਲੀਅਰ ਬੇਟਾ? Yes, sir. ਠੀਕ ਹੈ। ਸੋ ਦਿਸ ਇਜ਼ ਅ ਟ੍ਰਾਂਵਰਸਿੰਗ ਐਲਗੋਰਿਥਮ। ਸੋ ਨੈਕਸਟ ਬੇਟਾ ਮੇਰੇ ਕੋਲ ਹੈ ਜਿਹੜਾ ਆਪਾਂ ਡਿਸਕਸ ਕਰਨ ਜਾਣਾ ਹੈ, ਦੈਟ ਇਜ਼ ਅ ਇਨਸਰਸ਼ਨ ਐਲਗੋਰਿਥਮ। ਠੀਕ ਹੈ, ਸੇਮ ਉਹ ਜੋ ਆਪਾਂ ਡਿਸਕਸ ਕਰ ਚੁੱਕੇ ਹਾਂ 1 ਵੇ ਉਸੇ ਤਰੀਕੇ ਨਾਲ ਹੀ ਕੰਮ ਕਰੇਗਾ, ਬਟ ਉਹਦੇ ਵਿੱਚ ਆਪਣੇ ਕੋਲ ਦੋ ਜਿਹੜੀਆਂ ਫੀਲਡਸ ਹੈ ਉਹਨਾਂ ਨੂੰ ਆਪਾਂ ਨੂੰ ਬੇਟਾ ਮੈਨੇਜ ਕਰਨਾ ਪਏਗਾ। ਇਹ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਦੇਖੀਏ ਕਿ ਕੰਮ ਕਿੱਦਾਂ ਕਰੇਗਾ। ਸੋ ਆਈ ਹੋਪ ਕਿ ਮੈਂ ਤੁਹਾਡੇ ਵੱਲੋਂ ਰਿਸਪੌਂਸ ਚਾਹੁੰਦਾ ਹਾਂ, ਪੋਜ਼ਿਟਿਵ ਰਿਸਪੌਂਸ ਚਾਹੁੰਦਾ ਹਾਂ ਕਿ ਕਿਹੜਾ ਲੌਜਿਕ ਲੱਗੇਗਾ ਤਾਂ ਕਿ ਆਪਾਂ ਜਿਹੜਾ ਐਲੀਮੈਂਟ ਹੈ ਆਪਾਂ ਬੇਟਾ ਇਨਸਰਟ ਕਰ ਸਕੀਏ ਐਟ ਐਨੀ ਪੋਜੀਸ਼ਨ। ਹੁਣ ਤੁਸੀਂ ਦੇਖ ਸਕਦੇ ਹੋ ਕਿ ਦਿਸ ਇਜ਼ ਅ ਲਿੰਕ ਲਿਸਟ। ਠੀਕ ਹੈ, ਮੇਰੇ ਕੋਲ 3 ਨੋਡਸ ਹੈ, ਨੋਡ A, B ਐਂਡ C। ਉਹਦੇ ਐਡਰੈਸਿਸ ਹੈ 198, 208 ਐਜ਼ ਵੈਲ ਐਜ਼ 218। ਕਲੀਅਰ ਬੇਟਾ? ਯੈਸ ਔਰ ਨੋ? Sir. ਇਹ ਬੇਟਾ ਮੇਰੇ ਕੋਲ 2 ਵੇ ਲਿੰਕ ਲਿਸਟ ਹੈ ਔਰ ਨਾਲ ਦੀ ਨਾਲ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਇਨਸਰਸ਼ਨ ਜਾਂ ਡਿਲੀਸ਼ਨ ਕਰਦੇ ਹਾਂ ਅਵੇ ਲਿਸਟ ਵੀ ਬੇਟਾ ਮੈਨੇਜ ਕਰਦੇ ਹਾਂ। ਕਲੀਅਰ ਬੇਟਾ? Yes, sir. ਬੇਟਾ ਧਿਆਨ ਨਾਲ ਨੋਟ ਕਰੋ, ਜਿਹੜੀ ਅਵੇ ਲਿਸਟ ਹੈ ਸੋ ਆਪਾਂ ਨੂੰ ਇਹ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਨਹੀਂ ਹੈ। ਆਪਾਂ ਐਲੀਮੈਂਟ ਇਨਸਰਟ ਵੀ ਕਰ ਰਹੇ ਹਾਂ, ਨਾਲ ਦੀ ਨਾਲ ਸਾਨੂੰ ਅਵੇ ਲਿਸਟ ਵੀ ਮੈਨੇਜ ਕਰਨੀ ਪੈ ਰਹੀ ਹੈ। ਯੈਸ ਔਰ ਨੋ? Yes. Yes, sir. ਸੋ ਕਿਉਂ ਨਾ ਆਪਾਂ ਨੂੰ ਇਦਾਂ ਦਾ ਪ੍ਰੋਸੀਜਰ ਹੋਵੇ ਜਿਹਦੇ ਵਿੱਚ ਆਪਾਂ ਜਸਟ ਐਲੀਮੈਂਟ ਇਨਸਰਟ ਕਰੀਏ, ਸਾਨੂੰ ਅਵੇ ਲਿਸਟ ਨਾਲ ਕੋਈ ਵੀ ਲੈਣਾ ਦੇਣਾ ਨਾ ਹੋਵੇ। ਤਾਂ ਬੇਟਾ ਕਿੱਦਾਂ ਹੋਏਗਾ? ਅਗਰ ਤੁਹਾਨੂੰ ਯਾਦ ਹੋਵੇ ਆਪਾਂ ਕਨਸੈਪਟ ਯੂਜ਼ ਕੀਤਾ ਸੀ ਗਾਰਬੇਜ ਕਲੈਕਸ਼ਨ ਦਾ। ਕਲੀਅਰ ਬੇਟਾ? Yes, sir. ਠੀਕ ਹੈ ਬੇਟਾ, ਵਿਦ ਦ ਹੈਲਪ ਆਫ ਅ ਗਾਰਬੇਜ ਕਲੈਕਸ਼ਨ ਫਿਰ ਸਾਨੂੰ ਮੈਮਰੀ ਜਿਹੜੀ ਪ੍ਰੀ ਸਟੋਰੇਜ ਲਿਸਟ ਹੈ ਉਹਨੂੰ ਬੋਦਰ ਕਰਨ ਦੀ ਲੋੜ ਨਹੀਂ ਹੈ। ਦੈਨ ਬੇਟਾ ਉਹ ਆਟੋਮੈਟਿਕਲੀ ਮੈਨੇਜ ਹੋਏਗੀ ਇੰਟਰਨਲੀ ਬਾਈ ਦਾ ਆਪਰੇਟਿੰਗ ਸਿਸਟਮ ਆਫ ਦਾ ਕੰਪਿਊਟਰ ਸਿਸਟਮ। ਕਲੀਅਰ ਬੇਟਾ? ਯੈਸ ਔਰ ਨੋ? sir. ਉਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਦੋਂ ਕੋਈ ਵੀ ਨੋਡ ਆਪਾਂ ਐਡ ਕਰਦੇ ਹਾਂ ਜਾਂ ਡਿਲੀਟ ਕਰਦੇ ਹਾਂ ਆਟੋਮੈਟਿਕਲੀ ਜਿਹੜਾ ਤੁਹਾਡਾ ਕੰਪਿਊਟਰ ਸਿਸਟਮ ਹੈ ਮੈਮਰੀ ਸਕੈਨ ਕਰਦਾ ਹੈ, ਯੂਜ਼ਡ ਅਨਯੂਜ਼ਡ ਮੈਮਰੀ ਸੈੱਲ ਦਾ ਡਾਟਾ ਕੀ ਹੈ ਉਹ ਮੈਨੇਜ ਕਰਦਾ ਰਹਿੰਦਾ ਹੈ। ਦੈਨ ਉਸ ਕੇਸ ਵਿੱਚ ਪ੍ਰੋਗਰਾਮਰ ਨੂੰ ਕੋਈ ਵੀ ਬੋਦਰ ਕਰਨ ਦੀ ਲੋੜ ਨਹੀਂ ਹੁੰਦੀ ਹੈ। ਸੋ ਇਹ ਚੀਜ਼ ਨੂੰ ਬੇਟਾ ਆਪਾਂ ਖਤਮ ਕਰ ਸਕਦੇ ਹਾਂ ਜਦੋਂ ਆਪਾਂ ਗਾਰਬੇਜ ਕਲੈਕਸ਼ਨ ਟੈਕਨੀਕ ਯੂਜ਼ ਕਰਾਂਗੇ। ਫਿਰ ਆਪਾਂ ਨੂੰ ਐਲਗੋ ਦੇ ਵਿੱਚ ਇਹ ਪ੍ਰੋਸੀਜਰ ਲਿਖਣ ਦੀ ਲੋੜ ਨਹੀਂ ਹੈ। ਦੈਨ ਆਟੋਮੈਟਿਕਲੀ ਜਿਹੜੀ ਇਨਸਰਸ਼ਨ ਡਿਲੀਸ਼ਨ ਦੇ ਵਿੱਚ ਐਡ ਨੋਡ ਡਿਲੀਟ ਹੋ ਰਹੀਆਂ, ਸਪੇਸ ਐਡ ਹੋ ਰਹੀ ਹੈ ਜਾਂ ਰਿਮੂਵ ਹੋ ਰਹੀ ਆ, ਉਹ ਆਟੋਮੈਟਿਕਲੀ ਹੁੰਦੀ ਰਹੇਗੀ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਠੀਕ ਹੈ। ਸੋ ਦੈਟਸ ਵਾਈ ਬਟ ਆਪਾਂ ਨੂੰ ਇਹ ਇੰਟਰਨਲੀ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਆਪਾਂ ਕੋਈ ਵੀ ਐਲੀਮੈਂਟ ਇਨਸਰਟ ਕਰਦੇ ਹਾਂ ਜਾਂ ਡਿਲੀਟ ਕਰਦੇ ਹਾਂ ਤੇ ਇੰਟਰਨਲੀ ਮੈਮਰੀ ਕਿਸ ਤਰੀਕੇ ਨਾਲ ਮੈਨੇਜ ਹੁੰਦੀ ਹੈ। ਸੋ ਦੈਟਸ ਵਾਈ ਆਪਾਂ ਇੱਥੇ ਅਵੇ ਲਿਸਟ ਦਾ ਕਨਸੈਪਟ ਯੂਜ਼ ਕਰ ਰਹੇ ਹਾਂ। ਕਲੀਅਰ ਬੇਟਾ? Yes, sir. ਠੀਕ ਹੈ। ਹੁਣ ਸ਼ਾਬਾਸ਼, ਯੂ ਟੈਲ ਮੀ, ਮੰਨ ਲਓ ਕਿ ਮੈਂ ਕੋਈ ਐਲੀਮੈਂਟ ਹੈ ਜਿਹੜਾ ਮੈਂ ਸਟੋਰ ਕਰਨਾ ਚਾਹੁੰਦਾ ਹਾਂ ਨੋਡ A ਔਰ ਨੋਡ B ਦੇ ਵਿੱਚ। ਸ਼ਾਬਾਸ਼ ਬੇਟਾ, ਧਿਆਨ ਨਾਲ ਸੁਣਿਓ, ਮੈਂ ਨਵਾਂ ਐਲੀਮੈਂਟ ਸਟੋਰ ਕਰਨਾ ਚਾਹੁੰਦਾ ਹਾਂ ਨੋਡ A ਐਜ਼ ਵੈਲ ਐਜ਼ ਅ ਨੋਡ B ਦੇ ਵਿੱਚ। ਤੇ ਪਲੀਜ਼ ਟੈਲ ਮੀ ਕਿ ਕਿਹੜਾ ਪ੍ਰੋਸੀਜਰ ਹੋਏਗਾ ਜਾਂ ਕੀ ਲੌਜਿਕ ਲੱਗੇਗਾ ਜਾਂ ਕੀ ਆਈਡੀਆ ਹੋਏਗਾ ਕਿ ਆਪਾਂ ਜਿਹੜਾ ਐਲੀਮੈਂਟ ਹੈ ਇਹ ਨਾ ਦੋਨਾਂ ਰਿਪੀਜਨ ਵਿੱਚ ਆਪਾਂ ਐਡ ਕਰ ਸਕੀਏ। ਸ਼ਾਬਾਸ਼ ਬੇਟਾ। ਹਾਂਜੀ ਬੇਟਾ ਬੋਲੋ, ਸਹੀ ਬੋਲੋ ਜਾਂ ਗਲਤ ਬੋਲੋ, ਐਟਲੀਸਟ ਬੋਲੋ ਬੇਟਾ। ਬੇਟਾ ਫਸਟ ਆਫ ਆਲ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ, ਆਪਾਂ ਡਿਸਕਸ ਵੀ ਕਰ ਚੁੱਕੇ ਹਾਂ ਬੇਟਾ। ਜਦੋਂ ਵੀ ਆਪਾਂ ਇਨਸਰਸ਼ਨ ਕਰਨੀ ਹੈ, ਜਦੋਂ ਵੀ ਆਪਾਂ ਇਨਸਰਸ਼ਨ ਆਪਰੇਸ਼ਨ ਪਰਫਾਰਮ ਕਰਨਾ ਹੈ ਬੇਟਾ, ਸਭ ਤੋਂ ਪਹਿਲਾਂ ਆਪਾਂ ਮੈਮਰੀ ਚੈੱਕ ਕਰਾਂਗੇ। ਕਲੀਅਰ ਬੇਟਾ? ਯੈਸ ਔਰ ਨੋ? Yes, sir.
ਸਟੂਡੈਂਟਸ ਆਵਾਜ਼ ਆ ਰਹੀ ਸਾਰਿਆਂ ਨੂੰ? Yes, sir. ਬੇਟਾ ਥੋੜਾ ਰਿਸਪੌਂਸ ਭਰ ਕੇ ਦਿਆ ਕਰੋ। ਹਜੇ ਸਟਾਰਟਿੰਗ ਆਪਾਂ ਮਾਰਨਿੰਗ ਦੇ ਵਿੱਚ ਡਿਸਕਸ ਕਰ ਰਹੇ ਹਾਂ, ਹਜੇ ਤਾਂ ਕੋਈ ਨਿਸ਼ਚਿਤ ਵੀ ਨਹੀਂ ਪਈ ਹੋਣੀ ਹੈਗੀ। ਓਕੇ ਬੇਟਾ, ਸੋ ਕੀ ਕਰਾਂਗੇ ਜਦੋਂ ਵੀ ਆਪਾਂ ਕੋਈ ਵੀ ਨਵਾਂ ਐਲੀਮੈਂਟ ਆਪਾਂ ਇਨਸਰਟ ਕਰਨਾ ਹੈ ਬੇਟਾ, ਪਹਿਲਾਂ ਆਪਾਂ ਮੈਮਰੀ ਅਸੈਸ ਕਰਾਂਗੇ। ਪਹਿਲਾਂ ਆਪਾਂ ਨੂੰ ਮੈਮਰੀ ਐਲੋਕੇਟ ਹੋਏਗੀ। ਜਦੋਂ ਬੇਟਾ ਮੈਮਰੀ ਐਲੋਕੇਟ ਹੋ ਜਾਏਗੀ ਉਸ ਤੋਂ ਬਾਅਦ ਮੈਮਰੀ ਵਿੱਚ ਆਪਾਂ ਡਾਟਾ ਸਟੋਰ ਕਰਾਂਗੇ ਔਰ ਉਸ ਤੋਂ ਬਾਅਦ ਉਹਨੂੰ ਆਪਾਂ ਆਪਣੀ ਮੇਨ ਲਿਸਟ ਦੇ ਵਿੱਚ ਕੀ ਕਰਾਂਗੇ, ਮੈਮਰੀ ਨੂੰ ਐਡ ਕਰਾਂਗੇ। ਕਲੀਅਰ ਬੇਟਾ? ਬੇਟਾ ਯੈਸ ਔਰ ਨੋ? Yes, sir. ਸੋ ਬੇਟਾ ਜਦੋਂ ਵੀ ਇਨਸਰਟ ਕਰਨਾ ਹੈ ਡੈਟ ਮੀਨ ਜਦੋਂ ਵੀ ਆਪਰੇਸ਼ਨ ਪਰਫਾਰਮ ਹੋਏਗਾ ਬੇਟਾ, ਪਹਿਲਾਂ ਆਪਾਂ ਜਿਹੜੀ ਫ੍ਰੀ ਸਟੋਰੇਜ ਲਿਸਟ ਹੈ ਬੇਟਾ ਪਹਿਲਾਂ ਉਹਨੂੰ ਮੈਨੇਜ ਕਰਾਂਗੇ। क्लियर बेटा? यस और नो? ओ यस और नो भाई बोल दो Yes, sir. बेटा। किस तरीके नाल मैनेज करांगे? मान लो मेरे को फ्री सैल जिहड़ा है पहला है ए असैस कर लिया है। मान लो मैं ए वाला एड्रैस है मैनू मैमरी विच मिल गया है कि ए मैमरी जगह खाली है, तुसी इत्थे एलीमेंट स्टोर कर सकते हो। क्लियर बेटा? यस और नो? Yes, sir. ठीक है बेटा, जो मैनू ए वाला मैमरी एड्रैस मिल जाएगा तो ये पॉइंटर फील्ड अपडेट होएगी कि नहीं होएगी? Yes, ਸਰ sir. ਹੋਏਗੀ। ਡੈਟ ਮੀਨਸ ਕੀ ਹੋਏਗਾ, ਜਿਹੜਾ ਅਵੇਲ ਪਹਿਲਾਂ ਇਸ ਨੋਡ ਨੂੰ ਪੁਆਇੰਟ ਕਰਦਾ ਸੀਗਾ, ਜਦੋਂ ਬੇਟਾ ਇਹ ਮੈਮਰੀ ਸੈੱਲ ਖਾਲੀ ਇਸ ਤੋਂ ਨਿਕਲ ਗਿਆ ਦੈਨ ਆਟੋਮੈਟਿਕਲੀ ਬੇਟਾ ਜਿਹੜਾ ਅਵੇਲ ਹੈ ਉਹ ਕਿਹਨੂੰ ਪੁਆਇੰਟ ਕਰੇਗਾ? ਨੈਕਸਟ ਨੋਡ ਨੂੰ। ਕਲੀਅਰ ਬੇਟਾ? Next one. ਯੈਸ ਔਰ ਨੋ? Yes, sir. ਸੋ ਬੇਟਾ ਅਵੇਲ ਦੇ ਵਿੱਚ ਵੈਲਿਊ ਕਿਹਦੀ ਆ ਜਾਏਗੀ? ਜਿਹੜੀ ਨੈਕਸਟ ਨੋਡ ਦਾ ਐਡਰੈਸ ਹੋਏਗਾ ਉਹਦਾ ਐਡਰੈਸ ਕਿੰਨਾ ਮੇਰੇ ਕੋਲ? 232. ਕਲੀਅਰ ਬੇਟਾ? ਯੈਸ ਔਰ ਨੋ? Yes, sir. ਠੀਕ ਹੈ। ਸੋ ਜਦੋਂ ਵੀ ਆਪਾਂ ਇਨਸਰਸ਼ਨ ਕਰਨੀ ਹੈ ਬੇਟਾ, ਪਹਿਲਾਂ ਅਵੇਲ ਲਿਸਟ ਮੈਨੇਜ ਕਰਨੀ ਹੈ। ਅਵੇਲ ਲਿਸਟ ਦੇ ਵਿੱਚ ਪਹਿਲਾਂ ਪਹਿਲੀ ਨੋਡ ਜਿਹੜੀ ਹੋਏਗੀ ਖਾਲੀ ਉਹ ਅਸੈਸ ਕਰਾਂਗੇ। ਉਹਦੇ ਨਾਲ ਆਪਾਂ ਕੀ ਆ ਪੁਆਇੰਟਰ ਅਪਡੇਟ ਕਰ ਦਾਂਗੇ। ਸੋ ਡੈਟ ਮੀਨਸ ਕੀ ਹੋਏਗਾ, ਜਿਹੜਾ ਅਵੇਲ ਹੋਏਗਾ ਉਹਦੇ ਕੋਲ ਸੈਕਿੰਡ ਨੋਡ ਦਾ ਐਡਰੈਸ ਆ ਜਾਏਗਾ। ਕਲੀਅਰ ਬੇਟਾ? Yes, sir. ਔਰ Yes, ਧਿਆਨ ਨਾਲ sir. ਦੇਖੋ ਸੈਕਿੰਡ ਨੋਡ ਦਾ ਬੇਟਾ ਐਡਰੈਸ ਕਿੱਥੇ ਅਵੇਲੇਬਲ ਹੈ? ਸੈਕਿੰਡ ਨੋਡ ਦਾ ਐਡਰੈਸ ਕਿੱਥੋਂ ਮਿਲੇਗਾ ਸਾਨੂੰ? Third. ਨੋਟ ਨੋ ਬੇਟਾ, ਜਿਹੜੀ ਫਰਸਟ ਨੋਡ ਹੈ ਉਹਦੀ ਜਿਹੜੀ ਫਾਰਵਰਡ ਫੀਲਡ ਹੋਏਗੀ ਜਾਂ ਪੁਆਇੰਟਰ ਫੀਲਡ ਹੋਏਗੀ ਬੇਟਾ ਉੱਥੋਂ ਮਿਲੇਗਾ। ਯੈਸ ਔਰ ਨੋ? Yes, sir. Yes, sir. ਠੀਕ ਹੈ। ਡੈਟ ਮੀਨਸ ਕੀ ਹੋਏਗਾ, ਆਪਾਂ ਜਿਹੜੀ ਪਹਿਲੀ ਨੋਡ ਹੋਏਗੀ ਉਹਦੀ ਲਿੰਕ ਫੀਲਡ ਦੀ ਵੈਲਿਊ ਬੇਟਾ ਅਸੈਸ ਕਰਾਂਗੇ ਔਰ ਉਹਨੂੰ ਆਪਾਂ ਅਵੇਲ ਨੂੰ ਅਸਾਈਨ ਕਰ ਦਾਂਗੇ। ਦੈਨ ਆਟੋਮੈਟਿਕਲੀ ਜਿਹੜਾ ਅਵੇਲ ਹੋਏਗਾ ਸੈਕਿੰਡ ਨੋਡ ਨੂੰ ਕੀ ਕਰੇਗਾ? ਪੁਆਇੰਟ ਕਰੇਗਾ। ਕਲੀਅਰ ਬੇਟਾ? Yes, or no? sir. Yes, sir. ਹੁਣ ਮੰਨ ਲਓ ਤੁਹਾਨੂੰ ਪਹਿਲੀ ਨੋਡ ਮਿਲ ਗਈ ਹੈ। ਜਦੋਂ ਪਹਿਲੀ ਨੋਡ ਦਾ ਮਤਲਬ ਕਿ ਤੁਹਾਨੂੰ ਮੈਮਰੀ ਮਿਲ ਗਈ ਹੈ ਬੇਟਾ। ਜਦੋਂ ਤੁਹਾਨੂੰ ਮੈਮਰੀ ਮਿਲ ਜਾਏਗੀ ਉਸ ਤੋਂ ਬਾਅਦ ਕੀ ਕਰਾਂਗੇ, ਮੈਮਰੀ ਦੇ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ 3 ਪੋਰਸ਼ਨ ਹੋਣਗੇ ਕਿਉਂਕਿ 2 ਵੇ ਲਿੰਕ ਲਿਸਟ ਦੀ ਗੱਲ ਕਰ ਰਹੇ ਹਾਂ। ਤੇ ਜਿੰਨੀ ਆਪਾਂ ਨੂੰ ਨੋਡ ਦੀ ਮੈਮਰੀ ਚਾਹੀਦੀ ਉਹਦੇ ਅਕੋਰਡਿੰਗ ਆਪਾਂ ਨੂੰ ਮੈਮਰੀ ਮਿਲ ਜੇਗੀ। ਦੈਨ ਉਹਦੇ ਅਕੋਰਡਿੰਗ ਆਪਣੇ ਕੋਲ ਉਹ ਪਾਰਟਿਕੂਲਰ ਮੈਮਰੀ ਆਪਣੇ ਕੋਲ ਪੋਰਸ਼ਨ ਵਿੱਚ ਫੀਲਡ ਵਿੱਚ ਡਿਵਾਈਡ ਹੋ ਜਾਏਗੀ। ਸੋ ਬੇਟਾ ਜਿਹੜਾ ਇਨਫੋਰਮੇਸ਼ਨ ਫੀਲਡ ਹੋਏਗੀ ਉਹਦੇ ਵਿੱਚ ਮੰਨ ਲਓ ਕਿ ਆਪਾਂ ਨਵਾਂ ਡਾਟਾ ਸਟੋਰ ਕਰਨਾ ਹੈ, ਉੱਥੇ ਕੀ ਕਰ ਦਾਂਗੇ ਆਪਾਂ ਨਵਾਂ ਡਾਟਾ ਸਟੋਰ ਕਰ ਦਾਂਗੇ। ਕਲੀਅਰ ਬੇਟਾ? ਯੈਸ ਔਰ ਨੋ? ਹੁਣ ਬੇਟਾ ਡਾਟਾ ਸਟੋਰ ਹੋ ਗਿਆ ਹੈ। ਡੈਟ ਮੀਨ ਜਿਹੜੀ ਆਪਾਂ ਨੂੰ ਇਹ ਮੈਮਰੀ ਐਲੋਕੇਟ ਹੋਈ ਹੈ, ਹੁਣ ਬੇਟਾ ਆਪਾਂ ਕਿੱਥੇ ਐਡ ਕਰਨੀ ਹੈ? ਆਪਣੀ ਮੇਨ ਲਿੰਕ ਲਿਸਟ ਵਿੱਚ। ਕਲੀਅਰ ਬੇਟਾ? ਯੈਸ ਔਰ Yes, ਨੋ? sir. ਹੁਣ ਸ਼ਾਬਾਸ਼, ਮੰਨ ਲਓ ਕਿ ਮੇਰੇ ਕੋਲ ਇਹ ਜਿਹੜੀ ਨੋਡ ਹੈ ਬੇਟਾ ਆਪਾਂ ਇੱਥੇ ਇਨਸਰਟ ਕਰਨੀ ਹੈ। ਹੁਣ ਸ਼ਾਬਾਸ਼ ਮੈਨੂੰ ਦੱਸੋ ਕਿ ਕਿਹੜੇ ਕਿਹੜੇ ਪੁਆਇੰਟਰ ਫੀਲਡ ਮੇਰੇ ਕੋਲ ਬੇਟਾ ਅਪਡੇਟ ਹੋਣਗੇ? ਸ਼ਾਬਾਸ਼। ਦੇਖੋ ਜਿਹੜੀ ਇਹ ਨਵੀਂ ਨੋਡ ਹੈ ਇਹ A ਤੋਂ ਬਾਅਦ ਨੋਡ ਐਡ ਹੋਣੀ ਹੈ ਔਰ B ਤੋਂ ਪਹਿਲਾਂ। ਸੋ ਧਿਆਨ ਨਾਲ ਬੇਟਾ ਦੇਖੋ, ਜਿਹੜੀ ਇਹ ਨੋਡ ਆਪਾਂ ਨਵੀਂ ਇਨਸਰਟ ਕੀਤੀ ਹੈ, ਜਿਹੜੀ ਇਹਦੀ ਬੈਕਵਰਡ ਫੀਲਡ ਹੋਏਗੀ ਬੇਟਾ ਉਹਦੇ ਕੋਲ ਐਡਰੈਸ ਕਿਹਦਾ ਆ ਜਾਏਗਾ? ਪ੍ਰੀਵੀਅਸ ਨੋਡ ਦਾ। ਯੈਸ ਔਰ ਨੋ? Yes, sir. ਠੀਕ ਹੈ। ਇਹਦਾ ਐਡਰੈਸ Yes, ਕਿੰਨਾ? ਮੇਰੇ ਕੋਲ sir. 198। ਕਲੀਅਰ ਬੇਟਾ? Yes, sir. ਠੀਕ ਹੈ। ਸਿਮਿਲਰਲੀ ਜਿਹੜੀ ਆਪਣੇ ਕੋਲ ਇਸ ਤੋਂ ਨੈਕਸਟ ਨੋਡ ਹੋਏਗੀ ਉਹ ਇਹ ਵਾਲੀ ਹੈ। Yes, sir. ਠੀਕ ਹੈ ਬੇਟਾ, ਉਹਦਾ ਐਡਰੈਸ ਕਿਹਦਾ ਆਏਗਾ? ਫਾਰਵਰਡ ਫੀਲਡ ਵਿੱਚ। ਉਹਦਾ ਐਡਰੈਸ ਕਿੰਨਾ? ਮੇਰੇ ਕੋਲ 208। ਕਲੀਅਰ ਬੇਟਾ? 208. ਬੇਟਾ Yes, sir. ਸਮਝ ਲੱਗੀ ਸਾਰਿਆਂ ਨੂੰ? Yes, sir. ਠੀਕ ਹੈ। Sir. ਇਸ ਤਰੀਕੇ ਨਾਲ ਜਿਹੜੀ ਇਨਸਰਸ਼ਨ ਹੈ ਬੇਟਾ ਆਪਣੇ ਕੋਲ ਫੋਲੋ ਹੋਏਗੀ। ਆਈਡੀਆ ਕਲੀਅਰ ਹੋ ਗਿਆ ਸਾਰਿਆਂ ਨੂੰ? Yes, sir. ਠੀਕ ਹੈ। Yes, sir. ਪਹਿਲਾਂ ਅਵੇਲ ਲਿਸਟ ਮੈਨੇਜ ਕਰਾਂਗੇ। ਡੈਟ ਮੀਨਸ ਪਹਿਲਾਂ ਆਪਾਂ ਮੈਮਰੀ ਸਾਨੂੰ ਐਲੋਕੇਟ ਹੋਏਗੀ। ਜਦੋਂ ਮੈਮਰੀ ਐਲੋਕੇਟ ਹੋ ਜਾਏਗੀ ਆਪਾਂ ਅਵੇਲ ਪੁਆਇੰਟਰ ਨੂੰ ਅਪਡੇਟ ਕਰਾਂਗੇ ਔਰ ਉਸ ਤੋਂ ਬਾਅਦ ਜਿਹੜੀ ਆਪਾਂ ਨੂੰ ਮੈਮਰੀ ਐਲੋਕੇਟ ਹੋਈ ਹੈ ਉਹਦੀ ਇਨਫੋਰਮੇਸ਼ਨ ਫੀਲਡ ਵਿੱਚ ਬੇਟਾ ਆਪਾਂ ਡਾਟਾ ਸਟੋਰ ਕਰ ਦਾਂਗੇ ਔਰ ਉਸ ਤੋਂ ਬਾਅਦ ਜਿਹੜੀ ਆਪਣੇ ਕੋਲ ਮੈਮਰੀ ਐਲੋਕੇਟ ਹੋਈ ਹੈ ਉਹਦੀ ਇਨਫੋਰਮੇਸ਼ਨ ਜਿਹੜੀ ਆਪਣੇ ਕੋਲ ਪੁਆਇੰਟਰ ਫੀਲਡਸ ਹੈਗੀਆਂ ਹੈ ਬੇਟਾ ਉਹਨਾਂ ਦੇ ਵਿੱਚ ਕੀ ਹੋ ਜਾਏਗਾ? ਐਡਰੈਸ ਅਪਡੇਟ ਹੋ ਜਾਏਗਾ। RAM ਪੇਪਰ ਆ ਛੋਟੇ ਦੇ। ਐਡਰੈਸ ਕੀ ਹੋ ਜਾਏਗਾ ਬੇਟਾ? ਅਪਡੇਟ ਹੋ ਜਾਏਗਾ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਹੁਣ ਦੇਖੋ ਬੇਟਾ ਜਿਹੜੀ ਫਰਸਟ ਫੀਲਡ ਹੋਏਗੀ ਪਹਿਲਾਂ ਇਹ ਨੋਡ B ਨੂੰ ਪੁਆਇੰਟ ਕਰਦੀ ਸੀ। ਜਦੋਂ ਬੇਟਾ ਮੇਰੇ ਕੋਲ ਇਹ ਨਵੀਂ ਨੋਡ ਐਡ ਹੋ ਜਾਏਗੀ ਨਾਓ ਇਨ ਦਿਸ ਕੇਸ ਇਹਦੀ ਫਾਰਵਰਡ ਫੀਲਡ ਵਿੱਚ ਬੇਟਾ ਐਡਰੈਸ ਕਿਹਦਾ ਆ ਜਾਏਗਾ? ਜਿਹੜੀ ਆਪਾਂ ਨਵੀਂ ਨੋਡ ਐਡ ਕੀਤੀ ਹੈ ਔਰ ਨਵੀਂ ਨੋਡ ਦਾ ਐਡਰੈਸ ਕਿੰਨਾ? ਮੇਰੇ ਕੋਲ 222। ਕਲੀਅਰ ਬੇਟਾ? ਯੈਸ ਔਰ ਨੋ? Yes, sir.
ਸੋ ਦੈਟ ਮੀਨਸ ਕੀ ਹੋਏਗਾ ਆਪਣੇ ਕੋਲ ਪੁਆਇੰਟਰ ਸਿਮਿਲਰਲੀ ਜਿਹੜੀ ਆਪਣੇ ਕੋਲ ਨੋਡ B ਹੈ ਬੇਟਾ ਇਹਦੀ ਬੈਕਵਰਡ ਫੀਲਡ ਵਿੱਚ ਐਡਰੈਸ ਕਿਹਦਾ ਆ ਜਾਏਗਾ ਜਿਹੜੀ ਆਪਾਂ ਨਵੀਂ ਨੋਡ ਇਨਸਰਟ ਕੀਤੀ ਹੈ ਉਹਦਾ ਐਡਰੈਸ ਕਿੰਨਾ ਮੇਰੇ ਕੋਲ 222 ਕਲੀਅਰ ਬੇਟਾ Yes, sir. Yes, sir. ਸੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਐਕਚੁਅਲ ਵੈਲਿਊ ਨੂੰ ਨਹੀਂ ਛੇੜਿਆ ਜਸਟ ਆਪਾਂ ਪੁਆਇੰਟਰ ਫੀਲਡਸ ਹੈ ਉਹਨਾਂ ਨੂੰ ਅਪਡੇਟ ਕੀਤਾ ਹੈ ਜਦੋਂ ਪੁਆਇੰਟਰ ਫੀਲਡ ਨੂੰ ਆਪਾਂ ਪ੍ਰੋਪਰ ਵੇ ਨਾਲ ਅਪਡੇਟ ਕਰਾਂਗੇ ਤਾਂ ਆਟੋਮੈਟਿਕਲੀ ਨਵਾਂ ਐਲੀਮੈਂਟ ਤੁਹਾਡੀ ਫੀਲਡ ਲਿਸਟ ਵਿੱਚ ਕੀ ਹੋ ਜਾਏਗਾ ਐਡ ਹੋ ਜਾਏਗਾ ਬੇਟਾ ਸਿਨੈਰੀਓ ਸਭ ਨੂੰ ਕਲੀਅਰ ਹੋ ਗਿਆ Yes, sir. ਓਕੇ ਸੋ ਲੈਟਸ ਉਹੀ ਦੇਖਦੇ ਹਾਂ ਕਿ ਐਲਗੋ ਆਪਾਂ ਲਿਖਿਆ ਹੋਇਆ ਉਹਦੇ ਅਕੋਰਡਿੰਗ ਦੇਖੀਏ ਕਿਸ ਤਰੀਕੇ ਨਾਲ ਕੰਮ ਕਰ ਜੋ ਆਪਾਂ ਬੇਟਾ ਡਿਸਕਸ ਕੀਤਾ ਹੈ ਉਹਨੂੰ ਆਪਾਂ ਬੇਟਾ ਐਲਗੋ ਦੇ ਫਾਰਮ ਦੇ ਵਿੱਚ ਲਿਖ ਲਿਆ ਸੋ ਬੇਟਾ ਪਹਿਲਾਂ ਫਰਸਟ ਮੰਨ ਲਓ ਕਿ ਪਹਿਲਾ ਐਲੀਮੈਂਟ ਮੇਰੇ ਕੋਲ ਜਿਹੜਾ ਹੈ ਤੁਸੀਂ ਨੋਡ ਇਨਸਰਟ ਕਰਨੀ ਹੈ ਬਿਟਵੀਨ A ਐਜ਼ ਵੈਲ ਐਜ਼ B ਸੋ ਬੇਟਾ ਆਪਾਂ ਨੋਟ ਕਰ ਲਿਆ ਹੈ ਕਿ ਜਿਹੜੀ ਆਪਣੇ ਕੋਲ ਨੋਡ A ਹੈ ਆਲਵੇਜ਼ ਕੀਪ ਇਨ ਮਾਈਂਡ ਜਦੋਂ ਵੀ ਆਪਾਂ ਕੋਈ ਵੀ ਐਲੀਮੈਂਟ ਇਨਸਰਟ ਕਰਨਾ ਹੈ ਔਨ ਡੈਟ ਕੇਸ ਉਸ ਤੋਂ ਪਹਿਲੀ ਔਰ ਉਸ ਤੋਂ ਜਿਹੜੀ ਅਗਲੀ ਨੋਡ ਹੋਏਗੀ ਬੇਟਾ ਸਾਨੂੰ ਉਹਦਾ ਐਡਰੈਸ ਜ਼ਰੂਰ ਚਾਹੀਦਾ ਹੈ ਸੋ ਡੈਟਸ ਵਾਈ ਆਪਾਂ ਵੇਰੀਏਬਲ ਲੈ ਲਿਆ ਪੁਆਇੰਟਰ ਵੇਰੀਏਬਲ LOCA ਉਹਦੇ ਵਿੱਚ ਆਪਾਂ ਪਹਿਲੀ ਨੋਡ ਦਾ ਐਡਰੈਸ ਪਾਤਾ ਔਰ ਐਡਰੈਸ ਕਿੰਨਾ 198 ਕਲੀਅਰ ਬੇਟਾ ਯੈਸ অর ਨੋ Yes, sir. ਸੈਕਿੰਡ ਨੋਡ B ਦਾ ਬੇਟਾ ਐਡਰੈਸ ਕਿੰਨਾ ਹੈ 208. ਦੈਟ 208. ਮੀਨਸ ਸ਼ਾਬਾਸ਼ ਦੈਟ ਮੀਨਸ ਕੀ ਹੋ ਗਿਆ ਆਪਣੇ ਕੋਲ ਵੇਟ ਸੋ ਆਪਣੇ ਕੋਲ ਜਿਹੜੀ ਨੈਕਸਟ ਨੋਡ ਹੈ ਨੋਡ B ਉਹਦਾ ਜਿਹੜਾ ਐਡਰੈਸ ਹੈ ਆਪਾਂ LOCB ਦੇ ਵਿੱਚ ਪਾ ਲਿਆ 208 ਬੇਟਾ ਕਿਉਂ ਕਰ ਰਹੇ ਹਾਂ ਕਿਉਂਕਿ ਜਦੋਂ ਵੀ ਆਪਾਂ ਨੋਡ ਇਨਸਰਟ ਕਰਨੀ ਆਪਾਂ ਦੇਖਿਆ ਸੀਗਾ ਕਿ ਸਾਨੂੰ ਨੋਡ A ਔਰ B ਆਪਾਂ ਦੋਨੇ ਚਾਹੀਦੀਆਂ ਹੈ ਕਿਉਂਕਿ ਉਹਦੇ ਵਿੱਚ ਆਪਾਂ ਪੁਆਇੰਟਰਸ ਅਪਡੇਟ ਕਰਨੇ ਆ ਸੋ ਡੈਟਸ ਵਾਈ ਆਪਾਂ ਪੁਆਇੰਟਰ ਵੇਰੀਏਬਲ ਲੈ ਲਿਆ ਜਿਹਦੇ ਵਿੱਚ ਪਹਿਲੀ ਨੋਡ ਔਰ ਉਸ ਤੋਂ ਬਾਅਦ ਨੈਕਸਟ ਜਿਹੜੀ ਨੋਡ ਹੋਏਗੀ ਉਹਦਾ ਕੀ ਆਪਾਂ ਐਡਰੈਸ ਸਟੋਰ ਕਰ ਲਿਆ ਕਲੀਅਰ ਬੇਟਾ Yes, sir. Yes, sir. ਹੁਣ ਬੇਟਾ ਫਰਸਟ ਸਟੈਪ ਐਗਜ਼ੀਕਿਊਟ ਹੋਏਗਾ ਓਵਰਫਲੋ ਡੈਟ ਮੀਨਸ ਪਹਿਲਾਂ ਚੈੱਕ ਕਰੇਗਾ ਕਿ ਮੇਰੇ ਕੋਲ ਕੀ ਮੈਮਰੀ ਅਵੇਲੇਬਲ ਹੈ ਕਿ ਨਹੀਂ ਹੈ ਕਲੀਅਰ ਬੇਟਾ ਯੈਸ অর ਨੋ Yes, sir. ਬੇਟਾ ਅਗਰ ਅਵੇਲ ਦੀ ਵੈਲਿਊ ਨਲ ਹੋਏਗੀ ਤਾਂ ਉਹਦਾ ਕੀ ਮਤਲਬ ਹੁੰਦਾ ਹੈ ਅਗਰ ਅਵੇਲ ਦੀ ਵੈਲਿਊ ਨਲ ਹੋਏਗੀ ਤਾਂ ਉਹਦਾ ਕੀ ਮਤਲਬ ਹੋਏਗਾ ਸ਼ਾਬਾਸ਼ ਬੇਟਾ ਅਗਰ ਅਵੇਲ ਦੀ ਵੈਲਿਊ ਨਲ ਹੋਏਗੀ ਬੇਟਾ ਉਹਦਾ ਕੀ ਮਤਲਬ ਹੁੰਦਾ ਹੈ ਸਰ ਨੈਕਸਟ ਅੱਗੇ ਕੋਈ ਹੋਰ ਐਲੀਮੈਂਟ ਸਟੋਰ ਨਹੀਂ ਹੋ ਸਕੇਗਾ ਵੈਰੀ ਗੁੱਡ ਡੈਟ ਮੀਨਸ ਕੀ ਹੋਏਗਾ ਸਾਡੇ ਕੋਲ ਕੋਈ ਵੀ ਮੈਮਰੀ ਸਪੇਸ ਖਾਲੀ ਨਹੀਂ ਹੈ ਅਸੀਂ ਇਹਦੇ ਵਿੱਚ ਕੋਈ ਵੀ ਐਲੀਮੈਂਟ ਸਟੋਰ ਨਹੀਂ ਕਰ ਸਕਦੇ ਕਲੀਅਰ ਬੇਟਾ ਯੈਸ অর ਨੋ Sir. ਕਿਉਂਕਿ ਆਪਾਂ ਪਹਿਲਾਂ ਆਪਾਂ ਮੈਮਰੀ ਚੈੱਕ ਕਰਾਂਗੇ ਕਿ ਭਾਈ ਜਿਹੜਾ ਮੈਂ ਡਾਟਾ ਸਟੋਰ ਕਰਨਾ ਹੈ ਕਿ ਉਹ ਮੈਮਰੀ ਅਵੇਲੇਬਲ ਹੈ ਕਿ ਨਹੀਂ ਹੈ ਸੋ ਆਪਾਂ ਨੂੰ ਅਵੇਲ ਪੁਆਇੰਟਰ ਵੇਰੀਏਬਲ ਤੋਂ ਮਿਲੇਗੀ ਸੋ ਇਨ ਦਿਸ ਕੇਸ ਪਹਿਲਾ ਸਟੈਪ ਦੇਖੋ ਐਗਜ਼ੀਕਿਊਟ ਹੋਏਗਾ ਅਵੇਲ ਦੀ ਵੈਲਿਊ ਕਿੰਨੀ ਹੈ ਬੇਟਾ 222 ਕਲੀਅਰ ਬੇਟਾ Yes, sir. sir. Yes, sir. ਸੋ ਜਿਹੜੇ 222 ਹੈ ਕੀ ਇਜ਼ ਇਕੁਅਲ ਟੂ ਨਲ ਹੈ No, sir. नो दैट मीन्स ਕੀ ਹੋ ਜਾਏਗਾ ਕੰਡੀਸ਼ਨ ਕੀ ਹੋ ਜਾਏਗੀ ਫਾਲਸ ਹੋ ਜਾਏਗੀ ਕਲੀਅਰ ਬੇਟਾ Yes, sir. ਇਹਦਾ ਮਤਲਬ ਕੀ ਹੈ ਕਿ ਸਾਡੇ ਕੋਲ ਮੈਮਰੀ ਸਪੇਸ ਅਵੇਲੇਬਲ ਹੈ ਦੈਟ ਮੀਨਸ ਆਪਣੇ ਕੋਲ ਜਿਹੜਾ ਰਾਈਟ ਓਵਰਫਲੋ ਮੈਸੇਜ ਇਹ ਨਹੀਂ ਆਏਗਾ ਇਹ ਉਦੋਂ ਆਏਗਾ ਜਦੋਂ ਮੈਮਰੀ ਫੁੱਲ ਹੋਏਗੀ ਦੈਟ ਮੀਨਸ ਉਸ ਤੋਂ ਬਾਅਦ ਆਪਾਂ ਆਟੋਮੈਟਿਕ ਕਿੱਥੇ ਜਾਵਾਂਗੇ ਸੈਕਿੰਡ ਸਟੈਪ ਦੇ ਉੱਪਰ ਕਲੀਅਰ ਬੇਟਾ Yes, sir. ਠੀਕ ਹੈ Yes, sir. ਸੋ ਕੀ ਕਹਿ ਰਿਹਾ ਹੈ ਰਿਮੂਵ ਫਰਸਟ ਨੋਡ ਫਰੋਮ ਦਾ ਅਵੇਲ ਲਿਸਟ ਜਿੱਦਾਂ ਕਿ ਆਪਾਂ ਉਹਨੇ ਡਿਸਕਸ ਕੀਤਾ ਸੀਗਾ ਇਹਦਾ ਬੇਟਾ ਮਤਲਬ ਕੀ ਹੁੰਦਾ ਹੈ ਕਿ ਅਵੇਲ ਲਿਸਟ ਦੇ ਵਿੱਚ ਜਿਹੜੀ ਪਹਿਲੀ ਨੋਡ ਹੋਏਗੀ ਉਹਨੂੰ ਰਿਮੂਵ ਕਰ ਦਿਓ ਰਿਮੂਵ ਮੀਨਸ ਕੀ ਹੋਏਗਾ ਉਹ ਐਲੋਕੇਟ ਹੋ ਜਾਏਗੀ ਤਾਂ ਕਿ ਉਹਦੇ ਵਿੱਚ ਆਪਾਂ ਡਾਟਾ ਸਟੋਰ ਕਰ ਸਕੀਏ ਕਲੀਅਰ ਬੇਟਾ Yes, sir. ਬੇਟਾ Yes, sir. ਕਿਸ ਤਰੀਕੇ ਨਾਲ ਐਲੋਕੇਟ ਹੋਏਗੀ ਸੋ ਕੀ ਕਹਿ ਰਿਹਾ ਸੈਟ ਨਿਊ ਇਜ਼ ਇਕੁਅਲ ਟੂ ਅਵੇਲ ਬੇਟਾ ਅਵੇਲ ਦੀ ਵੈਲਿਊ ਕਿੰਨੀ ਹੈ ਵਾਟ ਇਜ਼ ਦਾ ਵੈਲਿਊ ਆਫ ਅਵੇਲ 222. 222 ਸੋ ਨਿਊ ਦੀ ਵੈਲਿਊ ਕਿੰਨੀ ਹੋ ਗਈ ਮੇਰੇ ਕੋਲ 222 ਕਲੀਅਰ ਬੇਟਾ Yes, sir. ਠੀਕ ਹੈ ਨੈਕਸਟ ਮੇਰੇ ਕੋਲ ਕੀ ਹੈ ਅਵੇਲ ਇਜ਼ ਇਕੁਅਲ ਟੂ ਫਾਰਵਰਡ ਅਵੇਲ ਧਿਆਨ ਨਾਲ ਦੇਖੋ ਆਪਣੇ ਕੋਲ ਅਵੇਲ ਦੀ ਵੈਲਿਊ ਨਾਲ ਦੀ ਨਾਲ ਮੈਂ ਬੇਟਾ ਅਪਡੇਟ ਕਰ ਰਿਹਾ ਹਾਂ ਸੋ ਆਪਾਂ ਅਪਡੇਟ ਕਰਾਂਗੇ ਨੈਕਸਟ ਆਪਣੇ ਕੋਲ ਕੀ ਹੈ ਅਵੇਲ ਇਜ਼ ਇਕੁਅਲ ਟੂ ਫਾਰਵਰਡ 222 ਬੇਟਾ ਇਹਦਾ ਕੀ ਮਤਲਬ ਹੋਏਗਾ ਔਰ ਦੱਸ ਸਕਦਾ ਹੈ ਇਹਦੀ ਵੈਲਿਊ ਕਿੰਨੀ ਹੋਏਗੀ ਫਾਰਵਰਡ 222 ਸ਼ਾਬਾਸ਼ ਬੇਟਾ 232. ਵੈਰੀ ਗੁੱਡ ਦੈਟ ਮੀਨਸ ਕੀ ਹੋਏਗਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਪਹਿਲੀ ਨੋਡ ਆਪਾਂ ਰਿਮੂਵ ਕਰ ਰਹੇ ਹਾਂ ਅਗਰ ਇਹ ਨਿਕਲ ਜਾਏਗੀ ਤਾਂ ਆਪਾਂ ਨੂੰ ਸੈਕਿੰਡ ਨੋਡ ਜਿਹੜੀ ਉਹ ਹੈ ਫਰਸਟ ਨੋਡ ਬਣ ਜਾਏਗੀ ਤਾਂ ਆਪਣੇ ਕੋਲ ਸੈਕਿੰਡ ਨੋਡ ਦਾ ਐਡਰੈਸ ਅਵੇਲ ਵਿੱਚ ਆਏਗਾ ਔਰ ਆਪਾਂ ਨੂੰ ਇਹ ਪਤਾ ਹੈ ਕਿ ਪਹਿਲੀ ਨੋਡ ਦੀ ਫਾਰਵਰਡ ਫੀਲਡ ਦੇ ਵਿੱਚ ਸੈਕਿੰਡ ਨੋਡ ਦਾ ਐਡਰੈਸ ਹੈ ਉਹਦੇ ਵਾਸਤੇ ਬੇਟਾ ਆਪਾਂ ਸਟੇਟਮੈਂਟ ਲਿਖਦੀ ਫਾਰਵਰਡ 222 ਕਿੱਦਾਂ ਰੀਡ ਕਰਾਂਗੇ ਇਸ ਐਡਰੈਸ ਦੀ ਫਾਰਵਰਡ ਫੀਲਡ ਇਹ ਐਡਰੈਸ ਬੇਟਾ ਕਿਹੜਾ ਹੈ ਇਸ ਨੋਡ ਦਾ ਕਲੀਅਰ ਬੇਟਾ ਯੈਸ অর ਨੋ Yes. ਉਹਦੀ Yes, ਫਾਰਵਰਡ sir. ਫੀਲਡ ਕਿਹੜੀ ਅਵੇਲ ਲਿਸਟ ਵਿੱਚ ਬੇਟਾ ਹਮੇਸ਼ਾ ਫਾਰਵਰਡ ਫੀਲਡ ਹੋਏਗੀ ਬੈਕਵਰਡ ਫੀਲਡ ਨਹੀਂ ਹੋਏਗੀ ਚਾਹੇ ਆਪਾਂ 1 ਵੇ ਦੀ ਗੱਲ ਕਰੀਏ ਚਾਹੇ ਆਪਾਂ 2 ਵੇ ਦੀ ਗੱਲ ਕਰੀਏ ਸੋ ਉਹਦੀ ਫਾਰਵਰਡ ਫੀਲਡ ਕਿਹੜੀ ਮੇਰੇ ਕੋਲ ਇਹ ਵਾਲੀ ਕਲੀਅਰ ਬੇਟਾ Yes, Yes, sir. sir. ਸੋ ਇਹਦੀ ਵੈਲਿਊ ਕਿੰਨੀ ਮੇਰੇ ਕੋਲ 232 ਕਲੀਅਰ ਬੇਟਾ ਯੈਸ অর ਨੋ Yes. Yes, sir. ਸੋ ਜਦੋਂ ਆਪਾਂ ਨੂੰ ਹੁਣ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਅਵੇਲ ਦੀ ਵੈਲਿਊ ਕੀ ਹੋਈ ਅਪਡੇਟ ਹੋ ਗਈ ਨਾ ਜਿਹੜਾ ਅਵੇਲ ਪੁਆਇੰਟਰ ਵੇਰੀਏਬਲ ਹੈ ਉਹ ਸੈਕਿੰਡ ਨੋਡ ਨੂੰ ਕੀ ਕਰ ਰਿਹਾ ਪੁਆਇੰਟ ਕਰ ਰਿਹਾ ਬੇਟਾ ਪੁਆਇੰਟ ਕਲੀਅਰ ਹੋ ਸਾਰਿਆਂ ਨੂੰ
Yes, sir. ਠੀਕ ਹੈ ਉਹ ਕਿਹੜੀ ਸਟੇਟਮੈਂਟ ਨਾਲ ਹੋਇਆ ਦਿਸ ਵਨ ਨਿਊ ਇਜ਼ ਇਕੁਅਲ ਟੂ ਅਵੇਲ ਜਿਹੜੀ ਆਪਾਂ ਨੂੰ ਨਵੀਂ ਮੈਮਰੀ ਮਿਲੀ ਹੈ ਉਹਦਾ ਐਡਰੈਸ ਆਪਾਂ ਨਿਊ ਦੇ ਵਿੱਚ ਪਾਤਾ ਅਵੇਲ ਨੂੰ ਆਪਾਂ ਅਪਡੇਟ ਕਰ ਲਿਆ ਹੈ ਦੈਟ ਮੀਨਸ ਆਪਾਂ ਪੁਆਇੰਟਰ ਅਪਡੇਟ ਕਰਤਾ ਹੈ ਫੀਲਡ ਕਿਹੜੀ ਚੈੱਕ ਕਰਨੀ ਹੈ ਫਾਰਵਰਡ ਦੈਨ ਉੱਥੇ ਆਪਾਂ ਕੀ ਲੈ ਲਿਆ ਅਵੇਲ ਲੈ ਲਿਆ ਕਲੀਅਰ ਬੇਟਾ ਯੈਸ ਔਰ ਨੋ Yes, sir. ਦੇਖੋ ਧਿਆਨ ਦੇ ਨਾਲ ਜਿਹੜੀ ਹੈ ਬੇਟਾ ਹੁਣ ਆਪਾਂ ਨੂੰ ਦੇਖੋ ਧਿਆਨ ਨਾਲ ਮੈਮਰੀ ਮਿਲੀ ਹੈ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ 3 ਉਹਦੇ ਪਾਰਟ ਚਾਹੀਦੇ ਹੈ ਤਾਂ ਦੈਨ ਉਹਦੇ ਅਕੋਰਡਿੰਗ ਜਿੱਦਾਂ ਦੀ ਆਪਾਂ ਨੂੰ ਨੋਟ ਡਿਫਾਈਨ ਕੀਤੀ ਹੈ ਉਹਦੇ ਅਕੋਰਡਿੰਗ ਮੈਮਰੀ ਜਿਹੜੀ ਆਪਾਂ ਨੂੰ ਐਲੋਕੇਟ 3 ਹਿੱਸਿਆਂ 'ਚ ਡਿਵਾਈਡ ਹੋ ਜਾਏਗੀ ਕਲੀਅਰ ਬੇਟਾ ਯੈਸ ਔਰ ਨੋ Yes, sir. ਨੋ ਬੇਟਾ ਹੁਣ ਕੀ ਕਰਾਂਗੇ ਆਪਾਂ ਸ਼ਾਬਾਸ਼ ਹੁਣ ਆਪਾਂ ਨੂੰ ਬੇਟਾ ਮੈਮਰੀ ਮਿਲ ਗਈ ਹੈ ਹੁਣ ਬੇਟਾ ਆਪਾਂ ਕੀ ਕਰਾਂਗੇ ਸਰ ਐਲੀਮੈਂਟ ਸਟੋਰ ਕਰਾਂਗੇ ਵੈਰੀ ਗੁੱਡ ਹੁਣ ਜਿਹੜੀ ਆਪਾਂ ਨੂੰ ਬੇਟਾ ਮੈਮਰੀ ਮਿਲੀ ਹੈ ਉਹਦੀ ਇਨਫੋਰਮੇਸ਼ਨ ਫੀਲਡ ਵਿੱਚ ਕੀ ਪਾ ਦਾਂਗੇ ਆਪਾਂ ਐਲੀਮੈਂਟ ਜਿਹੜਾ ਨਵਾਂ ਸਟੋਰ ਕਰਨਾ ਉਹ ਸਟੋਰ ਕਰ ਦਾਂਗੇ ਕਲੀਅਰ ਬੇਟਾ Yes, sir. ਠੀਕ ਹੈ ਉਹਦੇ ਵਾਸਤੇ ਬੇਟਾ ਸਟੈਪ ਨੰਬਰ 3 ਐਗਜ਼ੀਕਿਊਟ ਹੋਏਗਾ ਕੀ ਕਹਿ ਰਿਹਾ ਹੈ ਕਾਪੀ ਨਿਊ ਡਾਟਾ ਇਨਟੂ ਨਿਊ ਨੋਡ ਕਹਿੰਦਾ ਕਿ ਜਿਹੜਾ ਆਪਾਂ ਨਵਾਂ ਡਾਟਾ ਸਟੋਰ ਕਰਨਾ ਹੈ ਨਵੀਂ ਨੋਡ ਦੇ ਵਿੱਚ ਉਹਨੂੰ ਕੀ ਕਰ ਦਾਂਗੇ ਆਪਾਂ ਕਾਪੀ ਕਰ ਦਾਂਗੇ ਦੈਟ ਮੀਨਸ ਆਪਾਂ ਸਟੋਰ ਕਰ ਦਾਂਗੇ ਕਲੀਅਰ ਬੇਟਾ ਯੈਸ ਔਰ ਨੋ Yes, sir. ਬੇਟਾ ਕਿੱਦਾਂ ਸਟੋਰ ਕਰਾਂਗੇ ਕਿਹੜੀ ਫੀਲਡ ਆਪਾਂ ਸਟੋਰ ਕਰਨਾ ਹੈ ਆਪਾਂ ਨੂੰ ਪਤਾ ਹੈ ਕਿ ਪਹਿਲੀ ਫੀਲਡ ਇਨਫੋ ਫੀਲਡ ਹੁੰਦੀ ਹੈ ਦੂਸਰੀ ਬੈਕਵਰਡ ਫੀਲਡ ਹੁੰਦੀ ਹੈ ਦੈਨ ਆਪਣੇ ਕੋਲ ਤੀਸਰੀ ਆਪਣੇ ਕੋਲ ਫਾਰਵਰਡ ਫੀਲਡ ਹੁੰਦੀ ਹੈ ਸੋ ਬੇਟਾ ਕਿਹੜੀ ਫੀਲਡ ਵਿੱਚ ਡਾਟਾ ਇਨਸਰਟ ਕਰਾਂਗੇ ਸਰ ਇਨਫੋ ਵਿੱਚ ਇਨਫੋ ਫੀਲਡ ਵਿੱਚ ਠੀਕ ਹੈ ਔਰ ਉਹਦਾ ਐਡਰੈਸ ਆਪਾਂ ਕਿਹਦੇ ਵਿੱਚ ਪਾਇਆ ਹੈ ਨਿਊ ਵੇਰੀਏਬਲ ਵਿੱਚ ਕਲੀਅਰ ਬੇਟਾ Yes, sir. ਠੀਕ ਹੈ ਸੋ ਆਪਾਂ ਨੈਕਸਟ ਸਟੈਪ 'ਚ ਚੱਲੇਗਾ ਇਨਫੋ ਨਿਊ ਸੋ ਨਿਊ ਦੀ ਵੈਲਿਊ ਪੁੱਟ ਕਰ ਦਿਓ ਵੈਲਿਊ ਆਫ ਨਿਊ ਇਜ਼ 222 ਸੋ ਬੇਟਾ ਕਿੱਦਾਂ ਰੀਡ ਕਰਾਂਗੇ ਸ਼ਾਬਾਸ਼ ਬੇਟਾ ਕਿੱਦਾਂ ਰੀਡ ਕਰਾਂਗੇ ਇਸ ਐਡਰੈਸ ਦੀ ਇਨਫੋ ਫੀਲਡ ਕਲੀਅਰ ਬੇਟਾ Yes, sir. ਦੈਟ ਮੀਨਸ ਇਹ ਐਡਰੈਸ ਕਿਹੜਾ ਇਸ ਨੋਡ ਦਾ ਔਰ ਇਨਫੋਰਮੇਸ਼ਨ ਫੀਲਡ ਕਿਹੜੀ ਬੇਟਾ ਮੇਰੇ ਕੋਲ ਇਹ ਵਾਲੀ ਕਲੀਅਰ ਬੇਟਾ ਯੈਸ ਸਰ ਉਹਦੇ ਵਿੱਚ ਮੰਨ ਲਓ ਆਪਾਂ ਆਈਟਮ ਸਟੋਰ ਕਰਨੀ ਹੈ 24 ਕਲੀਅਰ Yes, sir. ਤਾਂ ਉੱਥੇ ਮੇਰੇ ਕੋਲ ਕੀ ਹੋ ਜਾਏਗਾ 24 ਕੀ ਕਰ ਲਿਆ ਆਪਾਂ ਸਟੋਰ ਕਰ ਲਿਆ ਕਲੀਅਰ ਬੇਟਾ ਸਮਝ ਲੱਗੀ ਸਾਰਿਆਂ ਨੂੰ Yes, sir. ਬੇਟਾ ਸਭ ਨੂੰ ਕਲੀਅਰ ਹੋਇਆ ਸਾਰਿਆਂ ਨੂੰ ਯੈਸ ਸਰ Yes, sir. ਹੁਣ ਬੇਟਾ ਕੀ ਕਰਾਂਗੇ ਨੈਕਸਟ ਸਟੈਪ ਦੇ ਵਿੱਚ ਦੇਖੋ ਸ਼ਾਬਾਸ਼ ਹੁਣ ਕੀ ਕਰਾਂਗੇ ਹੁਣ ਜਿਹੜੀ ਇਹ ਆਪਣੀ ਮੈਮਰੀ ਐਲੋਕੇਟ ਹੋਈ ਸੀ ਇਹ ਆਪਾਂ ਆਪਣੀ ਮੇਨ ਲਿਸਟ ਵਿੱਚ ਕੀ ਕਰ ਦਾਂਗੇ ਐਡ ਕਰ ਦਾਂਗੇ ਸੋ ਸ਼ਾਬਾਸ਼ ਮੈਨੂੰ ਦੱਸੋ ਪਹਿਲਾਂ ਮੈਨੂੰ ਦੱਸੋ ਕਿ ਜਿਹੜੀ ਆਪਣੇ ਕੋਲ ਇਹ ਵਾਲੀ ਜਿਹੜੀ ਬੈਕਵਰਡ ਫੀਲਡ ਹੈ ਬੇਟਾ ਇਹਦੇ ਵਿੱਚ ਐਡਰੈਸ ਕਿਹਦਾ ਹੋਣਾ ਚਾਹੀਦਾ ਹੈ ਸ਼ਾਬਾਸ਼ ਪ੍ਰੀਵੀਅਸ ਦਾ ਹਾਂਜੀ ਬੇਟਾ ਨੋਡ A ਦਾ ਐਡਰੈਸ ਹੋਣਾ ਚਾਹੀਦਾ ਹੈ ਜਾਂ ਨੋਡ B ਦਾ ਬੈਕਵਰਡ ਵਿੱਚ ਏ ਦਾ ਹਾਂਜੀ ਏ ਦਾ ਵੈਰੀ ਗੁੱਡ ਦੈਟ ਮੀਨਸ ਨੋਡ A ਦਾ ਐਡਰੈਸ ਕਿੰਨਾ ਮੇਰੇ ਕੋਲ 198 ਕਲੀਅਰ ਬੇਟਾ ਯੈਸ Yes, sir. Sir. ਬੇਟਾ ਉਹਦੀ ਫਾਰਵਰਡ ਫੀਲਡ ਵਿੱਚ ਐਡਰੈਸ ਕਿਹਦਾ ਹੋਣਾ ਚਾਹੀਦਾ ਹੈ ਸ਼ਾਬਾਸ਼ 208 ਕਿਉਂਕਿ ਆਪਾਂ ਜਿਹੜਾ ਡਾਟਾ ਇਨਸਰਟ ਕਰ ਰਹੇ ਹਾਂ ਨੋਡ A ਔਰ ਨੋਡ B ਦੇ ਵਿੱਚ ਇਨਸਰਟ ਕਰ ਰਹੇ ਹਾਂ ਤਾਂ ਬੇਟਾ ਜਿਹੜੀ ਇਹਦੀ ਫਾਰਵਰਡ ਫੀਲਡ ਹੈ ਉਹਦੇ ਵਿੱਚ ਐਡਰੈਸ ਕਿਹਦਾ ਆਏਗਾ ਸਰ ਨੈਕਸਟ ਨੋਟ ਦਾ ਕਿਹੜੀ ਨੋਡ ਹੈ ਮੇਰੇ ਕੋਲ 08. ਨੋਡ B that is the 208 that means ਇੱਥੇ ਕੀ ਆ ਜਾਏਗਾ 208 ਆ ਜਾਏਗਾ ਕਲੀਅਰ ਬੇਟਾ ਯੈਸ ਸਰ ਠੀਕ ਹੈ ਇਹਦੇ ਵਾਸਤੇ ਬੇਟਾ ਆਪਾਂ ਲੌਜੀਕ ਲਗਾਵਾਂਗੇ ਸਟੈਪ ਨੰਬਰ 4 ਦਾ ਸੋ ਆਪਾਂ ਸਟੈਪ ਨੰਬਰ 4 ਤੇ ਗਏ ਆ ਉਹ ਕੀ ਕਹਿ ਰਹੇ ਆ ਇਨਸਰਟ ਅ ਨਿਊ ਨੋਡ ਇਨਟੂ ਅ ਲਿਸਟ ਕਹਿੰਦੀ ਕਿ ਜਿਹੜੀ ਤੁਹਾਨੂੰ ਨਵੀਂ ਨੋਡ ਮੈਮਰੀ ਐਲੋਕੇਟ ਹੋਈ ਆ ਉਹਨੂੰ ਆਪਣੀ ਜਿਹੜੀ ਮੇਨ ਲਿਸਟ ਹੈ ਉਹਦੇ ਵਿੱਚ ਐਡ ਕਰ ਲਓ ਉਹਦੇ ਵਾਸਤੇ ਬੇਟਾ ਲੌਜੀਕ ਕੀ ਲੱਗੇਗਾ ਪਹਿਲਾਂ ਆਪਾਂ ਸਟੈਪ ਚੱਲੀਏ ਫਾਰਵਰਡ LOCA ਬੇਟਾ ਆਪਾਂ ਕਿਹੜੀ ਗੱਲ ਕਰਾਂਗੇ LOCA ਦੈਟ ਮੀਨਸ LOCA ਮੀਨਸ ਕੀ ਹੈ ਪਹਿਲੀ ਦਿਸ ਵਨ ਨੋਡ A ਕਲੀਅਰ ਬੇਟਾ ਯੈਸ ਸਰ ਠੀਕ ਹੈ Yes, sir. ਸੋ ਵੈਲਿਊ ਪੁੱਟ ਕਰ ਦਿਓ LOCA ਦੀ ਵੈਲਿਊ ਕਿੰਨੀ ਮੇਰੇ ਕੋਲ 198 ਕਲੀਅਰ ਬੇਟਾ 19. ਯੈਸ Yes, ਸਰ sir. ਦੈਟ ਮੀਨਸ ਕਿੱਦਾਂ ਰੀਡ ਕਰਾਂਗੇ ਇਸ ਐਡਰੈਸ ਦੀ ਫਾਰਵਰਡ ਫੀਲਡ ਬੇਟਾ ਇਹ ਐਡਰੈਸ ਕਿਹੜਾ ਹੈ ਇਸ ਨੋਡ ਦਾ ਕਲੀਅਰ ਬੇਟਾ Yes, ਯੈਸ sir. ਸਰ ਠੀਕ ਹੈ ਉਹਦੀ ਫਾਰਵਰਡ ਫੀਲਡ ਕਿਹੜੀ ਹੋ ਜਾਏਗੀ ਇਹ ਵਾਲੀ ਕਲੀਅਰ Yes, sir. ਠੀਕ ਹੈ ਇਜ਼ ਇਕੁਅਲ ਟੂ ਨਿਊ ਆਪਾਂ ਨੂੰ ਪਤਾ ਹੈ ਕਿ ਜਿਹੜਾ ਨਿਊ ਵੇਰੀਏਬਲ ਹੈ ਉਹ ਆਪਾਂ ਇਸ ਨੋਡ ਦਾ ਐਡਰੈਸ ਪਾਇਆ ਹੋਇਆ ਹੈ ਸੋ ਨਿਊ ਦੀ ਵੈਲਿਊ ਕਿੰਨੀ ਹੈ 222 ਕਲੀਅਰ ਬੇਟਾ Yes, sir. ਸਮਝ ਲੱਗਿਆ ਆਪਣੇ ਕੋਲ ਦੇਖੋ ਧਿਆਨ ਦੇ ਨਾਲ ਹੁਣ ਇੱਥੇ ਆਪਣੇ ਕੋਲ ਚੇਂਜ ਹੋ ਜਾਏਗਾ ਸੋ ਇਹਦੀ ਫਾਰਵਰਡ ਫੀਲਡ ਦੇ ਵਿੱਚ ਪਹਿਲਾਂ 208 ਸੀਗਾ ਜਦੋਂ ਆਪਣੇ ਕੋਲ ਬੇਟਾ ਇਹ ਸਟੇਟਮੈਂਟ ਐਗਜ਼ੀਕਿਊਟ ਹੋਏਗੀ ਇਹਦੀ ਫਾਰਵਰਡ ਫੀਲਡ ਵਿੱਚ ਕੀ ਆ ਜਾਏਗਾ 222 ਆ ਜਾਏਗਾ ਕਲੀਅਰ ਬੇਟਾ Yes, sir. ਬੇਟਾ ਸਮਝ ਗਈ ਸਾਰਿਆਂ ਨੂੰ ਯੈਸ Yes, sir. ਠੀਕ ਹੈ ਹੁਣ ਆਪਣੇ ਕੋਲ ਨੈਕਸਟ ਸਟੇਟਮੈਂਟ ਚੱਲੇਗੀ ਫਾਰਵਰਡ ਨਿਊ ਦੈਟ ਇਜ਼ ਵੈਲਿਊ ਪੁੱਟ ਕਰ ਦਿਓ ਫਾਰਵਰਡ ਨਿਊ ਠੀਕ ਹੈ 222 ਦੈਟ ਮੀਨਸ ਕਿੱਦਾਂ ਰੀਡ ਕਰਾਂਗੇ ਇਸ ਐਡਰੈਸ ਦੀ ਫਾਰਵਰਡ ਫੀਲਡ ਇਹ ਐਡਰੈਸ ਕਿਹੜਾ ਇਸ ਨੋਡ ਦਾ ਇਹਦੀ ਫਾਰਵਰਡ ਫੀਲਡ ਕਿਹੜੀ ਮੇਰੇ ਕੋਲ ਇਹ ਵਾਲੀ ਕਲੀਅਰ ਬੇਟਾ ਯੈਸ ਸਰ ਯੈਸ অর ਨੋ Yes, sir. ਬੇਟਾ ਇਹਦੇ ਵਿੱਚ ਇਜ਼ ਇਕੁਅਲ ਟੂ LOCB ਦੀ ਵੈਲਿਊ ਕਿੰਨੀ ਆ 208 ਕਲੀਅਰ Yes, ਯੈਸ sir. ਸਰ ਦੈਟ ਮੀਨਸ ਕੀ ਹੋਏਗਾ a ਦੀ ਜਗ੍ਹਾ ਤੇ ਆਪਣੇ ਕੋਲ ਵੈਲਿਊ ਕਿੰਨੀ ਆ ਜਾਏਗੀ 208 ਆ ਜਾਏਗੀ ਕਲੀਅਰ ਬੇਟਾ ਯੈਸ ਸਰ ਸਮਝ ਲੱਗੀ ਸਾਰਿਆਂ ਨੂੰ Yes. Yes, sir. ਦੇਖੋ ਪਹਿਲਾਂ ਆਪਣੇ ਕੋਲ 232 ਸੀਗਾ
ਜਦੋਂ ਆਪਾਂ ਇਹ ਸਟੇਟਮੈਂਟ ਐਗਜ਼ੀਕਿਊਟ ਕੀਤੀ ਹੈ ਇੱਥੇ ਮੇਰੇ ਕੋਲ ਵੈਲਿਊ ਚੇਂਜ ਹੋ ਗਈ ਹੈ, ਡੈਟ ਮੀਨਸ ਕੀ ਹੋ ਗਿਆ 208। ਕਲੀਅਰ ਬੇਟਾ? Yes, sir. ਦੇਖੋ ਧਿਆਨ ਦੇ ਨਾਲ, ਜਦੋਂ ਇਹਦੇ ਵਿੱਚ 232 ਸੀਗੀ, ਚਾਹੇ ਆਪਾਂ ਮੈਮਰੀ ਐਲੋਕੇਟ ਹੋ ਗਈ ਸੀ, ਦੇਖੋ ਲਿੰਕ ਇਹਨੂੰ ਹਜੇ ਵੀ ਰਿਪਰੈਜ਼ੈਂਟ ਕਰ ਰਿਹਾ ਸੀਗਾ। ਕਿਉਂ? ਬਿਕੋਜ਼ ਇਹਦੇ ਫਾਰਵਰਡ ਫੀਲਡ ਦੇ ਵਿੱਚ ਹਜੇ ਵੀ ਇਹਦਾ ਐਡਰੈਸ ਸੀਗਾ, ਬਟ ਜਦੋਂ ਇਹਦੇ ਵਿੱਚ ਪੁਆਇੰਟਰ ਅਪਡੇਟ ਕਰਾਂਗੇ ਫਿਰ ਇਹ ਲਿੰਕ ਖਤਮ ਹੋ ਜਾਏਗਾ। ਕਲੀਅਰ ਬੇਟਾ? Yes, sir. ਬੇਟਾ ਸਮਝ ਗਈ ਸਾਰਿਆਂ ਨੂੰ? Yes, sir. ਹੁਣ ਬੇਟਾ ਨੈਕਸਟ ਸਟੈਪ ਆਪਣੇ ਕੋਲ ਕਿਹੜਾ ਹੈ? ਦਿਸ ਵਨ। ਇਹ ਸਟੇਟਮੈਂਟ ਐਗਜ਼ੀਕਿਊਟ ਹੋਏਗੀ। ਕੀ ਕਹਿ ਰਿਹਾ ਹੈ? ਬੈਕ LOCBE, ਕਿਉਂਕਿ ਆਪਾਂ ਨੂੰ ਪਤਾ ਕਿ ਬੈਕ ਪੁਆਇੰਟਰ ਵੇਰੀਏਬਲ ਹੀ ਅਪਡੇਟ ਕਰਨੇ ਆ। LOCB ਦੀ ਵੈਲਿਊ ਕਿੰਨੀ ਹੈ? 208। ਕਲੀਅਰ ਬੇਟਾ? Yes, sir. ਬੇਟਾ Yes, ਕਿੱਦਾਂ ਰੀਡ ਕਰਾਂਗੇ? ਇਸ ਐਡਰੈਸ ਦੀ ਬੈਕ ਫੀਲਡ, ਇਹ ਐਡਰੈਸ ਕਿਹੜਾ ਹੈ? ਦਿਸ ਵਨ। ਕਲੀਅਰ ਬੇਟਾ? Yes, sir. ਉਹਦੀ ਬੈਕਵਰਡ ਫੀਲਡ ਕਿਹੜੀ? ਇਹ ਵਾਲੀ ਯੈਲੋ ਕਲਰ ਦੀ। ਕਲੀਅਰ Yes, sir. ਬੇਟਾ? ਇਹਦੇ ਵਿੱਚ ਇਹਦਾ ਐਡਰੈਸ ਕਿਹਦਾ ਆਏਗਾ? ਜਿਹੜੀ ਆਪਾਂ ਨਵੀਂ ਨੋਟ ਇਨਸਰਟ ਕਰਨੀ ਹੈ। ਕਲੀਅਰ? Yes, Yes. sir. तो ਇਹਦਾ ਐਡਰੈਸ ਕਿੰਨਾ ਬੇਟਾ ਮੇਰੇ ਕੋਲ? 222। ਠੀਕ ਹੈ, ਸੋ ਆਪਾਂ ਕੀ ਲਿਖਤਾ? ਬੈਕ 208 ਇਜ਼ ਇਕੁਅਲ ਟੂ ਨਿਊ। ਬੇਟਾ ਇਹਦੇ ਨਾਲ ਕੀ ਹੋਏਗਾ? ਇਹਦੀ ਆਪਣੇ ਕੋਲ ਫੀਲਡ ਦੇਖੋ ਤੁਸੀਂ ਚੇਂਜ ਹੋ ਰਿਹਾ ਹੈ। ਧਿਆਨ ਨਾਲ ਦੇਖੋ, ਨੋਟ ਬੀਟ ਦੀ ਜਿਹੜੀ ਬੈਕਵਰਡ ਫੀਲਡ ਹੈ ਪਹਿਲਾਂ 198 ਸੀਗਾ, ਹੁਣ ਬੇਟਾ ਇੱਥੇ ਕੀ ਆ ਗਿਆ? 222 ਆ ਗਿਆ। ਕਲੀਅਰ ਬੇਟਾ? Yes, sir. Yes, sir. ਬੇਟਾ ਸਮਝ ਲੱਗਦੀ ਸਾਰਿਆਂ ਨੂੰ? Yes, sir. ਓਕੇ, ਉਸ ਤੋਂ ਬਾਅਦ ਆਪਾਂ ਨੈਕਸਟ ਸਟੇਟਮੈਂਟ ਐਗਜ਼ੀਕਿਊਟ ਕਰਾਂਗੇ। ਬੈਕ ਨਿਊ ਇਜ਼ ਇਕੁਅਲ ਟੂ LOCA। ਸੋ ਵੈਲਿਊ ਪੁੱਟ ਕਰ ਦਿਓ ਬੈਕ ਨਿਊ। ਇਹਦਾ ਮਤਲਬ ਕੀ ਹੋਏਗਾ? ਇਸ ਐਡਰੈਸ ਦੀ ਬੈਕਵਰਡ ਫੀਲਡ। ਇਹ ਐਡਰੈਸ ਕਿਹੜਾ ਮੇਰੇ ਕੋਲ? ਫਰਸਟ ਨੋਟ ਦਾ। ਕਲੀਅਰ ਬੇਟਾ? Yes, Yes, sir. ਇਹਦੀ ਬੈਕਵਰਡ ਫੀਲਡ ਕਿਹੜੀ ਹੋਏਗੀ? ਇਹ ਵਾਲੀ। ਕਲੀਅਰ Yes, sir. ਬੇਟਾ? ਇਹਦੇ ਵਿੱਚ ਵੈਲਿਊ ਕਿਹੜਾ ਐਡਰੈਸ ਆ ਜਾਏਗਾ? ਪਹਿਲੀ ਨੋਟ ਦਾ। ਕਲੀਅਰ? Yes, Yes. sir. ਠੀਕ ਹੈ, ਸੋ LOCA ਦੀ ਵੈਲਿਊ ਕਿੰਨੀ ਹੈ ਆਪਣੇ ਕੋਲ? 198। ਸੋ ਕੀ ਹੋ ਗਿਆ ਆਪਣੇ ਕੋਲ? ਧਿਆਨ ਨਾਲ ਦੇਖੋਗੇ ਤੁਸੀਂ, ਤੇ ਜਿਹੜੀ ਆਪਣੇ ਕੋਲ ਇਹ ਵਾਲੀ ਨੋਟ ਹੋਏਗੀ ਜਿਹੜੀ ਆਪਾਂ ਨਵੀਂ ਕੀਤੀ ਹੈ, ਇਹਦੀ ਬੈਕਵਰਡ ਫੀਲਡ ਵਿੱਚ ਕੀ ਆ ਜਾਏਗਾ? 198 ਆ ਜਾਏਗਾ। ਕਲੀਅਰ ਬੇਟਾ? Yes, sir. ਠੀਕ ਹੈ, ਹੁਣ ਦੇਖੋ ਪੁਆਇੰਟਰ ਅਪਡੇਟ ਹੋ ਗਏ ਆ। ਜਦੋਂ ਪੁਆਇੰਟਰ ਅਪਡੇਟ ਹੋ ਗਏ ਆ ਤੇ ਤੁਹਾਡੀ ਜਿਹੜੀ ਬੇਟਾ ਇਹ ਲਿਸਟ ਹੈਗੀ ਆ, ਸੌਰੀ ਇਹ ਤੁਹਾਡੀ ਲਿਸਟ ਹੈਗੀ ਆ, ਇਹ ਆਪਣੇ ਕੋਲ ਆਪਣੀ ਲਿਸਟ ਵਿੱਚ ਕੀ ਹੋ ਜਾਏਗੀ? ਐਡ ਹੋ ਜਾਏਗੀ। ਕਲੀਅਰ ਬੇਟਾ? Yes, sir. ਠੀਕ ਹੈ, ਸੋ ਜਿਹੜੀ ਨੋਡ A ਹੈ ਪਹਿਲਾਂ ਨੋਡ B ਨੂੰ ਪੁਆਇੰਟ ਕਰ ਰਹੀ ਸੀਗੀ, ਹੁਣ ਜਦੋਂ ਪੁਆਇੰਟਰ ਅਪਡੇਟ ਕੀਤੇ ਆ ਤੇ ਇਹ ਜਿਹੜੀ ਨੋਡ A ਹੈ ਇਹ ਨਵੀਂ ਨੋਡ ਨੂੰ ਪੁਆਇੰਟ ਕਰੇਗੀ, ਔਰ ਜਿਹੜੀ ਨਵੀਂ ਨੋਡ ਹੈ ਉਹ ਆਪਣੇ ਕੋਲ ਨੋਡ B ਨੂੰ ਕੀ ਕਰੇਗੀ? ਪੁਆਇੰਟ ਕਰੇਗੀ। ਕਲੀਅਰ ਬੇਟਾ? Yes, sir. Yes, ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਹਿਲੀ ਨੋਡ ਹੈ ਉਹਦੇ ਕੋਲ ਐਡਰੈਸ ਜਿਹੜਾ ਹੈ ਕਿ ਨਵੀਂ ਨੋਡ ਦਾ ਹੈ। ਸਿਮਿਲਰਲੀ ਉਹਦੀ ਪ੍ਰੀਵੀਅਸ ਫੀਲਡ ਵਿੱਚ ਪਹਿਲੀ ਨੋਡ ਦਾ ਐਡਰੈਸ ਆ ਗਿਆ, ਐਂਡ ਸਿਮਿਲਰਲੀ ਜਿਹੜੀ ਨਵੀਂ ਨੋਡ ਹੈ ਉਹਦੀ ਫਾਰਵਰਡ ਫੀਲਡ ਵਿੱਚ ਨੈਕਸਟ ਨੋਡ ਦਾ ਐਡਰੈਸ 208 ਹੈ, ਔਰ ਉਹਦੀ ਬੈਕਵਰਡ ਫੀਲਡ ਵਿੱਚ ਆਪਣੇ ਕੋਲ ਜਿਹੜੀ ਨਵੀਂ ਨੋਡ ਹੈ ਉਹਦਾ ਐਡਰੈਸ ਸਟੋਰ ਕਰ ਦਿੱਤਾ। ਕਲੀਅਰ ਬੇਟਾ? Yes, sir. ਉਸ ਤੋਂ ਬਾਅਦ ਐਲਗੋ ਜਿਹੜਾ ਆਪਣਾ ਐਲਗੋ ਦਾ ਪ੍ਰੋਸੀਜਰ ਹੋਏਗਾ ਉਸ ਪੋਰਸ਼ਨ ਜੋ ਬੇਟਾ ਆਪਾਂ ਕੀ ਆ ਜਾਾਂਗੇ? ਬਾਹਰ ਆ ਜਾਾਂਗੇ। ਦਿਸ ਇਜ਼ ਆ ਇਨਸਰਸ਼ਨ ਐਲਗੋਰਿਦਮ। ਬੇਟਾ ਕਲੀਅਰ ਹੋ ਸਾਰਿਆਂ ਨੂੰ? Yes, sir. Yes, sir. ਈਜ਼ੀ ਹੈ? Yes, sir. ਓਕੇ ਬੇਟਾ, ਜਦੋਂ ਵੀ ਕੋਈ ਵੀ ਤੁਸੀਂ ਐਲਗੋਰਿਦਮ ਡਿਸਕਸ ਕਰਨਾ ਹੈ ਬੇਟਾ, ਯਾਦ ਕਰਨ ਤੋਂ ਪਹਿਲਾਂ ਉਹ ਦੇਖ ਲਓ ਕਿ ਕੰਮ ਕਿੱਦਾਂ ਕਰੇਗਾ। ਅਗਰ ਤੁਹਾਨੂੰ ਪਤਾ ਲੱਗ ਜਾਏਗਾ ਕਿਸ ਤਰੀਕੇ ਨਾਲ ਕੰਮ ਕਰੇਗਾ, ਦੈਨ ਉਹਦੇ ਅਕੋਰਡਿੰਗ ਤੁਸੀਂ ਆਪਣੀ ਲੈਂਗੁਏਜ ਵਿੱਚ ਵੀ ਐਲਗੋਰਿਦਮ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਜਿੱਦਾਂ ਮੈਂ ਲਿਖਿਆ ਇਦਾਂ ਹੀ ਲਿਖਣਾ ਹੈ, ਤੁਸੀਂ ਆਪਣੀ ਲੈਂਗੁਏਜ ਵਿੱਚ ਵੀ ਸਿੰਪਲ ਫਾਰਮ ਦੇ ਵਿੱਚ ਵੀ ਲਿਖ ਸਕਦੇ ਹੋ, ਬਟ ਉਹ ਜੋ ਕੰਮ ਕਰਨਾ ਹੈ ਉਹ ਕਰਨਾ ਚਾਹੀਦਾ ਹੈ। ਕਲੀਅਰ? ਜੋ ਚਾਹੀਦਾ ਹੈ ਉਹ ਕੰਮ ਹੋਣਾ ਚਾਹੀਦਾ ਹੈ। ਕਲੀਅਰ ਬੇਟਾ? Yes, sir. ਠੀਕ ਹੈ, ਸੋ ਦਿਸ ਇਜ਼ ਨੋਨ ਐਜ਼ ਆ ਇਨਸਰਸ਼ਨ ਐਲਗੋਰਿਦਮ। ਬੇਟਾ ਈਜ਼ੀ ਹੈ? Yes, sir. ਸੋ ਬੇਟਾ ਕੀ ਕੀਤਾ ਸੀ ਆਪਾਂ? ਪਹਿਲਾਂ ਆਪਾਂ ਜਿਹੜੀ ਫ੍ਰੀ ਸਟੋਰੇਜ ਲਿਸਟ ਹੈ ਉਹ ਚੈੱਕ ਕੀਤੀ ਕਿ ਮੇਰੇ ਕੋਲ ਮੈਮਰੀ ਅਵੇਲੇਬਲ ਹੈ ਕਿ ਨਹੀਂ ਹੈ। ਅਗਰ ਬੇਟਾ ਮੈਮਰੀ ਅਵੇਲੇਬਲ ਨਹੀਂ ਹੁੰਦੀ, ਦੈਟ ਮੀਨਸ ਅਵੇਲ ਦੀ ਵੈਲਿਊ ਨਲ ਹੁੰਦੀ, ਦੈਟ ਮੀਨਸ ਆਪਾਂ ਨਵਾਂ ਐਲੀਮੈਂਟ ਸਟੋਰ ਨਹੀਂ ਕਰ ਸਕਦੇ ਸੀਗੇ। ਬਟ ਇਨ ਦਿਸ ਕੇਸ ਆਪਣੇ ਕੋਲ ਮੈਮਰੀ ਅਵੇਲੇਬਲ ਸੀਗੀ, ਪਹਿਲਾਂ ਆਪਾਂ ਫ੍ਰੀ ਸਟੋਰੇਜ ਲਿਸਟ ਉਹਨੂੰ ਮੇਨਟੇਨ ਕੀਤਾ ਹੈ। ਉਸ ਤੋਂ ਜਦੋਂ ਮੈਨੂੰ ਮੈਮਰੀ ਐਲੋਕੇਟ ਹੋ ਜਾਏਗੀ ਬੇਟਾ, ਉਹਦੇ ਵਿੱਚ ਆਪਾਂ ਜਿਹੜਾ ਡਾਟਾ ਇਨਸਰਟ ਕਰਨਾ ਹੈ ਉਹ ਇਨਸਰਟ ਕਰ ਦਾਂਗੇ, ਔਰ ਉਸ ਤੋਂ ਬਾਅਦ ਆਪਾਂ ਜਿਹੜੇ ਪੁਆਇੰਟਰ ਫੀਲਡਸ ਹੈਗੀਆਂ ਉਹਨਾਂ ਨੂੰ ਕੀ ਕਰ ਦਾਂਗੇ? ਅਪਡੇਟ ਕਰ ਦਾਂਗੇ, ਔਰ ਆਟੋਮੈਟਿਕਲੀ ਤੁਹਾਡੀ ਜਿਹੜੀ ਨਵੀਂ ਮੈਮਰੀ ਹੋਏਗੀ ਉਹ ਤੁਹਾਡੀ ਲਿਸਟ ਵਿੱਚ ਕੀ ਹੋ ਜਾਏਗੀ? ਐਡ ਹੋ ਜਾਏਗੀ, ਇਨਸਰਟ ਹੋ ਜਾਏਗੀ। ਕਲੀਅਰ ਬੇਟਾ? Yes, or no? sir. ਸਮਝ ਲੱਗੇ ਆਪਣੇ ਕੋਲ LOCA ਔਰ LOCB ਕਿਉਂ ਲਿਆ ਹੋਇਆ ਸੀਗਾ? Yes, sir. sir. ਕਿਉਂਕਿ ਜਦੋਂ ਵੀ ਬੇਟਾ ਐਲੀਮੈਂਟ ਇਨ ਬਿਟਵੀਨ ਸਟੋਰ ਕਰਨਾ ਹੈ ਤੇ ਨਵਾਂ ਐਲੀਮੈਂਟ ਪਹਿਲਾਂ ਉਹਦੀ ਪ੍ਰੀਵੀਅਸ ਨੋਡ ਔਰ ਨੈਕਸਟ ਨੋਡ ਹੋਏਗੀ, ਉਹਦਾ ਸਾਨੂੰ ਐਡਰੈਸ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਆਪਾਂ ਦੋਨਾਂ ਦੀ ਫੀਲਡਸ ਨੂੰ ਕੀ ਬੇਟਾ? ਅਪਡੇਟ ਕਰਨਾ ਹੈ। ਕਲੀਅਰ? Yes, sir. ਠੀਕ ਹੈ, Yes, sir. ਸੋ ਦੇਖ ਸਕਦੇ ਹੋ ਕਿ ਜਿਹੜੀ ਪਹਿਲੀ ਨੋਡ ਹੋਏਗੀ ਉਹਦਾ ਫਾਰਵਰਡ ਫੀਲਡ ਅਪਡੇਟ ਹੋਈ ਆ, ਜਿਹੜੀ ਨੈਕਸਟ ਨੋਡ ਸੀ ਉਹਦੀ ਬੈਕਵਰਡ ਫੀਲਡ ਅਪਡੇਟ ਹੋਈ ਆ। ਕਲੀਅਰ? ਬਾਕੀ ਫੀਲਡ ਐਜ਼ ਇਟ ਇਜ਼ ਨਹੀਂ ਹੈ। ਦੇਖੋ ਇਹਦੀ ਪਹਿਲਾਂ ਵੀ ਪ੍ਰੀਵੀਅਸ ਵੈਲਿਊ 0 ਸੀਗੀ ਔਰ ਇਹਦੀ ਪ੍ਰੀਵੀਅਸ ਵੈਲਿਊ 218 ਸੀਗੀ, ਇਹਦੇ ਵਿੱਚ ਕੋਈ ਚੇਂਜ ਨਹੀਂ ਆਇਆ। ਸੋ ਚੇਂਜ ਕੀ ਆਇਆ ਹੈ? ਪਹਿਲੇ ਦੀ ਫਾਰਵਰਡ ਫੀਲਡ
ਔਰ ਜਿਹੜੀ ਨੈਕਸਟ ਐਲੀਮੈਂਟ ਹੋਏਗਾ ਉਹਦੀ ਆਪਣੇ ਕੋਲ ਬੈਕਵਰਡ ਫੀਲਡ ਦਾ ਪੁਆਇੰਟਰ ਅਪਡੇਟ ਹੋਏਗਾ ਔਰ ਇਹਨਾਂ ਦੇ ਵਿੱਚ ਵੈਲਿਊ ਕਿਹਦੀ ਆ ਜਾਏਗੀ, ਜਿਹੜੀ ਆਪਾਂ ਨਵੀਂ ਵੈਲਿਊ ਜਾਂ ਨਵੀਂ ਮੈਮਰੀ ਸਟੋਰ ਕਰਨੀ ਹੈ ਇਹਨਾਂ ਫੀਲਡ ਵਿੱਚ ਉਹਦਾ ਐਡਰੈਸ ਆ ਜਾਏਗਾ। ਕਲੀਅਰ? Yes, sir. ਸੋ ਬੇਟਾ ਅੱਜ ਦਾ ਸੈਸ਼ਨ ਆਪਾਂ ਇੱਥੇ ਸਟਾਪ ਕਰਦੇ ਹਾਂ। ਬੇਟਾ ਕੱਲ ਆਪਾਂ ਡਿਸਕਸ ਕਰਾਂਗੇ ਨੈਕਸਟ ਜਿਹੜੇ ਆਪਰੇਸ਼ਨਸ ਹੈ ਡੈਟ ਇਜ਼ ਅ ਡਿਲੀਸ਼ਨ ਐਜ਼ ਵੈਲ ਐਜ਼ ਅ ਸਰਚਿੰਗ। ਇਹਦੇ ਵਿੱਚ ਕੋਈ ਡਾਊਟ ਹੈ ਤਾਂ ਬੇਟਾ ਪੁੱਛ ਲਓ। No, sir. No, sir. ਓਕੇ, ਸੋ ਬੇਟਾ ਆਪਣੀ ਜਿਹੜਾ ਵੀਡੀਓ ਔਨ ਕਰ ਲਓ। ਵੇਟ, ਹਾਂਜੀ ਸਮਝ ਲੱਗੇ ਸਾਰਿਆਂ ਨੂੰ ਬੇਟਾ? Yes, sir. Yes, sir. ਠੀਕ ਹੈ। ਸੋ ਵਨ ਵੇ ਲਿੰਕ ਲਿਸਟ ਵੀ ਸੇਮ ਹੈ, ਬਸ ਜਿਹਦੇ ਵਿੱਚ ਕੀ ਹੈ ਇੱਕ ਨਵਾਂ ਫੀਲਡ ਕੀ ਐਡ ਹੋਈ। ਹੁਣ ਅਗਰ ਧਿਆਨ ਨਾਲ ਦੱਸੋ ਕਿ ਕੰਪਲੈਕਸ ਕਿਹੜਾ ਹੋਏਗਾ, ਵਨ ਵੇ ਲਿੰਕ ਲਿਸਟ ਕੰਪਲੈਕਸ ਹੋਏਗੀ ਕਿ ਟੂ ਵੇ ਲਿੰਕ ਲਿਸਟ ਕੰਪਲੈਕਸ ਹੋਏਗੀ? Sir, two way. ਵੈਰੀ ਗੁੱਡ, ਟੂ ਵੇ ਹੋਏਗੀ ਕਿਉਂਕਿ ਆਪਾਂ ਨੂੰ ਉਹਦੇ ਵਿੱਚ ਇੱਕ ਐਡੀਸ਼ਨਲ ਪੁਆਇੰਟਰ ਫੀਲਡ ਵੀ ਮੈਨੇਜ ਕਰਨੀ ਪੈ ਰਹੀ ਹੈ। ਕਲੀਅਰ ਬੇਟਾ? Yes, sir. ਔਰ ਨਾਲ ਦੀ ਨਾਲ ਵਨ ਵੇ ਲਿੰਕ ਲਿਸਟ ਵਿੱਚ ਆਪਣੇ ਕੋਲ ਬੇਟਾ ਇੱਕ ਇਨਵੈਲਿਡ ਐਡਰੈਸ ਹੁੰਦਾ ਸੀਗਾ ਔਰ ਟੂ ਵੇ ਲਿੰਕ ਲਿਸਟ ਵਿੱਚ ਆਪਣੇ ਕੋਲ ਦੋ ਇਨਵੈਲਿਡ ਐਡਰੈਸ ਆ ਰਹੇ ਆ, ਪਹਿਲੀ ਨੋਡ ਕੋਲ ਔਰ ਐਜ਼ ਵੈਲ ਐਜ਼ ਲਾਸਟ ਨੋਡ ਕੋਲ। ਸਾਨੂੰ ਉਹ ਵੀ ਮੈਨੇਜ ਕਰਨੇ ਪੈਣਗੇ। ਕਲੀਅਰ ਬੇਟਾ? Yes, sir. ਠੀਕ ਹੈ। ਸੋ ਜਿੱਦਾਂ ਜਿੱਦਾਂ ਆਪਾਂ ਕੋਈ ਨਵੀਂ ਚੀਜ਼ ਐਡ ਕਰਦੇ ਜਾਵਾਂਗੇ ਉੱਦਾਂ ਦਾ ਜਿਹੜੀ ਕੰਪਲੈਕਸਿਟੀ ਹੈਗੀ ਆ ਪਾਰਟਿਕੂਲਰ ਐਲਗੋਰਿਦਮ ਦੀ, ਠੀਕ ਹੈ, ਉਹਦੀ ਕੋਡਿੰਗ ਉਨੀ ਕੀ ਹੈ ਇਨਕਰੀਜ਼ ਹੁੰਦੀ ਜਾਏਗੀ, ਉਹਦਾ ਲੌਜੀਕ ਉਨਾ ਕੀ ਹੈ ਇਨਕਰੀਜ਼ ਹੁੰਦਾ ਜਾਏਗਾ। ਕਲੀਅਰ? ਟਫ ਨਹੀਂ ਹੋਏਗਾ ਲੇਕਿਨ ਕੀ ਹੈ ਨੰਬਰ ਆਫ ਲਾਈਨਸ ਦੇ ਕੋਡਿੰਗ ਜਿਹੜੀਆਂ ਉਹ ਇਨਕਰੀਜ਼ ਹੁੰਦੀਆਂ ਜਾਣਗੀਆਂ। ਕਲੀਅਰ? ਸੋ ਥੈਂਕ ਯੂ ਬੇਟਾ, ਅੱਜ ਦਾ ਸੈਸ਼ਨ ਆਪਾਂ ਇੱਥੇ ਸਟਾਪ ਕਰਦੇ ਹਾਂ। ਠੀਕ ਹੈ, ਔਰ ਕੱਲ ਆਪਾਂ ਸੇਮ ਟਾਈਮ ਤੇ ਡਿਸਕਸ ਕਰਾਂਗੇ ਨੈਕਸਟ ਜਿਹੜੇ ਆਪਰੇਸ਼ਨਸ ਹੈ ਡਿਲੀਸ਼ਨ ਐਜ਼ ਵੈਲ ਐਜ਼ ਅ ਸਰਚਿੰਗ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮਚ। Thank you.